वाहेगुरु। सूरा सो पहचानिए जो लरे दीन के हेतु। पुरजा पुरजा कट मरै कबहू न छाड़े खेतु। जाको हर रंग लागो इस जुग में है। जाको हर रंग लागो इस जुग में है। सो कहियत है सूरा आत्म जिने सगल वसता कै। जाका सतगुर पूरा ठाकुर गाइए आत्म रंग। सरनी पावन नाम त्यावन सहज समावन संग। जो लरै दीन के हेतु सूरा सोई सूरा सोई। लरै दीन के हेतु सूरा सोई सूरा सोई। जो लरै दीन के हेत सूरा सोई सूरा सोई। लरै दीन के हेत सूरा सोई सूरा सोई। लरै दीन के हेत लरै दीन के हेत सूरा सोई सूरा सोई। सोई सूरा सोई 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 सोई सोई। लरै दीन के हेतु सूरा सोई सूरा 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 सोई। सूरा सो पहचानिए जो लरै दीन के हेत। पुरजा पुरजा कट मरै कबू न छाड़े खेतो। परम सन्मानयोग साध संगत जी, आप माई भाई सतगुर दे पावन चरनां दे विच हाज़री भर के अपने समय सवासां नूं सफल बना रहे हो। सो जो विचार अपनी चल रही है कई दिनों तो कि जो आनंदपुर साहिब जी ते किले नूं धन गुरु गोबिंद सिंह साहिब जी महाराज ने त्याग गया। चमकौर गढ़ी दे शहीदां सरसा कंढे ते जो शहीद होए, जो सरहंद दीआं नीहां दे विच
ਧਰਮ ਦੀ ਰੱਖਿਆ ਦੇ ਲਈ ਖਲੋ ਗਏ ਸਰਬੱਤ ਸ਼ਹੀਦਾਂ ਸਿੰਘਾਂ ਦੀ ਯਾਦ ਨੂੰ ਆਪਾਂ ਮਨਾ ਰਹੇ ਹਾਂ। ਉਹਨਾਂ ਮਰਜੀ ਵੜਿਆਂ ਦੇ ਇਤਿਹਾਸ ਨੂੰ ਆਪਾਂ ਆਪਸ ਦੇ ਵਿੱਚ ਸਾਂਝਾ ਕਰ ਰਹੇ ਹਾਂ। ਕੱਲ੍ਹ ਆਪ ਜੀ ਨੇ ਇਤਿਹਾਸ ਸ਼ਰਵਣ ਕੀਤਾ ਸੀ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚੋਂ ਰੁਖਸ਼ਤ ਹੋਏ। ਸਤਿਗੁਰੂ ਜੀ ਨੇ ਆਪਣੀ ਕਲੰਗੀ ਪੁਸ਼ਾਕ ਪੰਥ ਦੀ ਝੋਲੀ ਵਿੱਚ ਪਾ ਦਿੱਤੀ। ਭਾਈ ਸੰਗਤ ਸਿੰਘ ਜੀ ਦੇ ਸਿਰ ਤੇ ਕਲੰਗੀ ਸਜਾ ਦਿੱਤੀ। ਸਰਬੰਸ ਲੁਟਾ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚੋਂ ਚੱਲੇ ਨੇ। ਪਿਆਰਿਓ, ਤਾੜੀ ਮਾਰ ਕੇ ਸਤਿਗੁਰੂ ਜੀ ਗਏ ਨੇ ਚਮਕੌਰ ਦੀ ਗੜੀ ਵਿੱਚੋਂ। ਕਿਤੇ ਇਹ ਨਾ ਸਮਝ ਲੈਣ ਵੀ ਸਿੱਖਾਂ ਦਾ ਗੁਰੂ ਰਾਤ ਦੇ ਹਨੇਰੇ ਵਿੱਚ ਨੱਸ ਗਿਆ। ਪੰਥ ਦਾ ਹੁਕਮ ਵਜਾ ਕੇ ਕਲਗੀਧਰ ਪਾਤਸ਼ਾਹ ਚਮਕੌਰ ਦੀ ਗੜੀ ਦੇ ਵਿੱਚੋਂ ਫਕੀਰਾਂ ਦੇ ਵਾਂਗ ਚੱਲੇ ਨੇ। ਸਭ ਕੁਝ ਲੁਟਾ ਦਿੱਤਾ, ਪੈਰ ਦੇ ਵਿੱਚ ਜੋੜਾ ਨਹੀਂ ਹੈ। ਤਾੜੀ ਮਾਰ ਕੇ ਦੱਸ ਦਿੱਤਾ ਵੀ ਮੇਰੇ ਕੋਲ ਕੁਝ ਨਹੀਂ ਭਾਈ, ਮੈਂ ਸਾਰਾ ਕੁਝ ਖਾਲਸਾ ਪੰਥ ਤੋਂ ਲੁਟਾ ਦਿੱਤਾ ਹੈ। ਉਹ ਚੱਲਿਆ ਵਾਂਗ ਫਕੀਰਾਂ ਮਾਲਕ ਦੁਨੀਆ ਦਾ, ਚੱਲਿਆ ਵਾਂਗ ਫਕੀਰਾਂ ਮਾਲਕ ਦੁਨੀਆ ਦਾ। ਚੱਲਿਆ ਵਾਂਗ ਫਕੀਰਾਂ ਮਾਲਕ ਦੁਨੀਆ ਦਾ, 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 ਚੱਲਿਆ ਵਾਂਗ ਫਕੀਰਾਂ ਮਾਲਕ ਦੁਨੀਆ ਦਾ। ਕਲਗੀਧਰ ਪਾਤਸ਼ਾਹ ਜੀ ਚਮਕੌਰ ਦੀ ਗੜੀ ਵਿੱਚੋਂ ਰੁਖਸ਼ਤ ਹੋ ਕੇ ਗਏ ਨੇ। ਸਭ ਕੁਝ ਆਪਣੇ ਖਾਲਸੇ ਤੋਂ ਲੁਟਾ ਕੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੱਲੇ ਨੇ। ਚਲਦਿਆਂ ਚਲਦਿਆਂ ਹਨੇਰੀ ਰਾਤ ਹੈ, ਧੁੰਦ ਪੈ ਰਹੀ ਹੈ। ਇੱਕ ਨਗਰ ਦੇ ਵਿੱਚ ਪਹੁੰਚੇ। ਛੱਪੜ ਦੇ ਕਿਨਾਰੇ ਇੱਕ ਰੱਬ ਦਾ ਪਿਆਰਾ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਦੇ ਲਈ ਆਇਆ। ਕਲਗੀਧਰ ਪਾਤਸ਼ਾਹ ਜੀ ਨੇ ਪੁੱਛਿਆ ਕਿ ਭਾਈ ਇਹ ਕਿਹੜਾ ਨਗਰ ਹੈ, ਕਿਹੜਾ ਪਿੰਡ ਹੈ?
ਉਹ ਕਹਿੰਦਾ ਜੀ ਇਹ ਬਹਿਲੋਲਪੁਰ ਹੈ। ਤੇ ਕਲਗੀਧਰ ਪਾਤਸ਼ਾਹ ਜੀ ਨੂੰ ਜਦੋਂ ਉਹਨੇ ਦੱਸਿਆ ਨਾ ਵੀ ਇਹ ਬਹਿਲੋਲਪੁਰ ਪਿੰਡ ਹੈ, ਸਤਿਗੁਰੂ ਜੀ ਕਹਿੰਦੇ ਭਾਈ ਇੱਥੇ ਇੱਕ ਪੂਰਨ ਮਸੰਦ ਹੈ, ਉਹਦਾ ਘਰ ਕਿੱਥੇ ਹੈ? ਕਹਿੰਦਾ ਜੀ ਉਹ ਆਨੰਦਪੁਰ ਵਾਲੇ ਗੁਰੂ ਦਾ ਸਿੱਖ ਹੈ ਜਿਹੜਾ। ਸਤਿਗੁਰੂ ਜੀ ਕਹਿੰਦੇ ਹਾਂ। ਇਹ ਕਹਿੰਦਾ ਵੀ ਚੱਲ ਪਹਿਲਾਂ ਮੈਂ ਤੈਨੂੰ ਪੂਰਨ ਦੇ ਘਰ ਛੱਡ ਕੇ ਆਉਣਾ, ਮੈਂ ਬਾਅਦ ਵਿੱਚ ਇਸ਼ਨਾਨ ਕਰਾਂਗਾ। ਸਤਿਗੁਰੂ ਜੀ ਨੂੰ ਲੈ ਕੇ ਪੂਰਨ ਮਸੰਦ ਦੇ ਘਰ ਪਹੁੰਚੇ ਹੈ। ਇਹ ਪੂਰਨ ਮਸੰਦ ਸਿੱਖਾਂ ਤੋਂ ਗੁਰੂ ਕੀਆਂ ਕਾਰ ਭੇਟਾਂ ਇਕੱਠੀਆਂ ਕਰਦਾ ਸੀ, ਆਨੰਦਪੁਰ ਸਾਹਿਬ ਪਹੁੰਚਾਉਂਦਾ ਸੀ। ਇਹਨੇ ਥੱਲੇ ਮਕਾਨ ਵਿੱਚ ਪਸ਼ੂ ਰੱਖੇ ਸਨ, ਉੱਪਰ ਇਹਦੀ ਆਪਣੀ ਰਿਆਸਤ ਸੀ। ਤੇ ਜਦੋਂ ਬੂਹਾ ਖੜਕਾਇਆ, ਅੰਦਰੋਂ ਇਹਦਾ ਨੌਕਰ ਆਇਆ ਜਿਉਣਾ। ਕਲਗੀਧਰ ਪਾਤਸ਼ਾਹ ਜੀ ਨੂੰ ਇਹ ਜੋ ਬ੍ਰਾਹਮਣ ਸੀ, ਇਹ ਪੂਰਨ ਮਸੰਦ ਦੇ ਘਰ ਛੱਡ ਕੇ ਚਲਿਆ ਗਿਆ। ਕਹਿੰਦਾ ਭਾਈ ਇਹ ਤੁਹਾਨੂੰ ਮਿਲਣ ਦੇ ਲਈ ਆਇਆ ਹੈ, ਤੁਹਾਡਾ ਘਰ ਪੁੱਛ ਰਿਹਾ ਸੀ ਤੇ ਮੈਂ ਇਹਨੂੰ ਛੱਡਣ ਦੇ ਲਈ ਆ ਗਿਆ। ਦਰਵਾਜ਼ਾ ਖੋਲ੍ਹੋ, ਇਹਨੂੰ ਆਪਣੇ ਘਰ ਅੰਦਰ ਦਾਖਲ ਕਰੋ। ਤੇ ਮੈਂ ਚੱਲਿਆ। ਜਿਉਣੇ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਮੰਜੀ ਤੇ ਬਿਠਾਇਆ, ਜਿਹੜੀ ਮੰਜੀ ਤੇ ਸੌਂਦਾ ਸੀ ਨਾ, ਉਸ ਮੰਜੀ ਤੇ ਬਿਠਾਇਆ। ਸਤਿਗੁਰੂ ਜੀ ਦੇ ਚਿਹਰੇ ਵੱਲ ਤੱਕ ਰਹੇ। ਪੈਰਾਂ ਦੇ ਵਿੱਚ ਜੋੜਾ ਨਹੀਂ ਹੈ। ਇਹ ਦੇਖ ਰਿਹਾ ਵੀ ਅੱਗੇ ਵੀ ਬੜੇ ਸਿੱਖ ਮਿਲਣ ਦੇ ਲਈ ਆਉਂਦੇ ਨੇ, ਪਰ ਕੋਈ ਵੀ ਇਹੋ ਜਿਹਾ ਸਿੱਖ ਨਹੀਂ ਅਜੇ ਤੱਕ ਆਇਆ। ਬੜਾ ਚਿਹਰਾ ਚਮਕ ਰਿਹਾ ਹੈ, ਬੜਾ ਰੂਹਾਨੀ ਚਿਹਰਾ ਹੈ, ਬੜਾ ਪ੍ਰਭਾਵਿਤ ਹੋਇਆ ਮਨ ਦੇ ਵਿੱਚ ਸੋਚ ਰਿਹਾ ਹੈ। ਤੇ ਕਲਗੀਧਰ ਪਾਤਸ਼ਾਹ ਜੀ ਚੁੱਪ ਨੂੰ ਤੋੜਦਿਆਂ ਹੋਇਆਂ ਬੋਲੇ, ਭਾਈ ਜਾ ਕੇ ਪੂਰਨ ਮਸੰਦ ਨੂੰ ਬੁਲਾ ਕੇ ਲਿਆ। ਇਹ ਕਹਿੰਦਾ ਜੀ ਮੈਂ ਬੁਲਾ ਲਿਆਉਣਾ, ਪਰ ਪੁੱਛਣਗੇ ਮੈਨੂੰ ਤੁਸੀਂ ਕੌਣ ਹੋ? ਕਲਗੀਧਰ ਪਾਤਸ਼ਾਹ ਜੀ ਕਹਿੰਦੇ ਕਹਿ ਦੀ ਵੀ ਆਨੰਦਪੁਰ ਵਾਲਾ ਗੁਰੂ ਆਇਆ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਏ ਨੇ। ਜਦੋਂ ਇਹ ਗੱਲ ਸੁਣੀ ਨਾ, ਇਹ ਜਿਉਣਾ ਜਿਹੜਾ ਬੜੇ ਸਮੇਂ ਤੋਂ ਉਡੀਕ ਰਿਹਾ ਸੀ, ਸਤਿਗੁਰੂ ਦੀਆਂ ਬੜੀਆਂ ਸਿਫਤਾਂ ਸੁਣਦਾ ਸੀ, ਬੜਾ ਪ੍ਰਭਾਵਿਤ ਸੀ, ਮਿਲਣਾ ਚਾਹੁੰਦਾ ਸੀ, ਪਰ ਸਮਾਂ ਨਹੀਂ ਇਜਾਜ਼ਤ ਦਿੰਦਾ ਸੀ। ਕਿਉਂਕਿ ਨੌਕਰ ਸੀ। ਅਰਦਾਸਾਂ ਹੀ ਕਰਦਾ ਸੀ ਮਨ ਦੇ ਵਿੱਚ ਕਿ ਸਤਿਗੁਰੂ ਜੀ ਮੈਥੋਂ ਤੇ ਨਹੀਂ ਆਇਆ ਜਾਂਦਾ, ਤੇ ਕਦੇ ਕਿਰਪਾ ਕਰਿਓ, ਤੁਸੀਂ ਮੈਨੂੰ ਦੀਦਾਰ ਬਖਸ਼ਿਸ਼ ਕਰਿਓ। ਅਰਦਾਸਾਂ ਬੇਨਤੀਆਂ ਕਰਦਾ ਸੀ। ਜਦੋਂ ਅੱਜ ਸਤਿਗੁਰੂ ਜੀ ਨੂੰ ਆਪਣੇ ਸਾਹਮਣੇ ਤੱਕਿਆ ਨਾ, ਇਹ ਤੇ ਸੁਣਦਾ ਸੀ ਸਿਫਤਾਂ ਕਿ ਸਤਿਗੁਰੂ ਜੀ ਦੇ ਕੋਲ ਸਿਰ ਤੇ ਤਾਜ ਹੈ, ਹੱਥ ਵਿੱਚ ਬਾਜ ਹੈ, ਘੋੜਾ ਹੈ, ਚਰਨਾਂ ਦੇ ਵਿੱਚ ਮਖਮਲੀ ਜੋੜਾ, 1.25 ਲੱਖ ਦੀ ਉੱਪਰ ਚਾਨਣੀ ਝੂਲਦੀ ਹੈ, ਉੱਪਰ ਛਤਰ ਝੂਲਦੇ ਹੈ, ਨਾਲ ਸਿੰਘ ਚੱਲਦੇ ਹੈ, ਨਗਾਰੇ ਵੱਜਦੇ ਨੇ। ਐਸੀ ਕਿਸੇ ਰਾਜੇ ਦੀ ਸ਼ੋਭਾ ਨਹੀਂ ਹੈ। ਸਤਿਗੁਰ ਦੀਆਂ ਵਡਿਆਈਆਂ ਸੁਣਦਾ ਸੀ, ਪਰ ਅੱਜ ਹਾਲ ਦੇਖ ਕੇ ਨਾ ਸਤਿਗੁਰ ਦਾ ਬੜਾ ਮਨ ਦੇ ਵਿੱਚ ਦੁਖੀ ਹੋ ਰਿਹਾ। ਸਤਿਗੁਰ ਦੇ ਚਰਨਾਂ ਤੇ ਢਹਿ ਪਿਆ।
ਸਤਿਗੁਰ ਦੇ ਚਰਨਾਂ ਤੇ ਟਹਿ ਪਿਆ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਹੈ, ਪਰ ਆਹ ਹਾਲ ਤੁਹਾਡਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ, ਜਿਉਣਿਆ ਜਾ ਤੂੰ ਪੂਰਨ ਮਸੰਦ ਨੂੰ ਬੁਲਾ ਕੇ ਲਿਆ। ਇਹ ਗਿਆ ਉੱਪਰ ਚਵਾਰੇ 'ਚ ਬੁਲਾਉਣ ਦੇ ਲਈ। ਆਵਾਜ਼ ਮਾਰੀ, ਸਰਦਾਰਾ ਤੁਹਾਨੂੰ ਮਿਲਣ ਦੇ ਲਈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਏ ਨੇ, ਤੁਹਾਨੂੰ ਬੁਲਾਇਆ ਹੈ। ਇਹ ਤੇ ਬੜੇ ਪਿਆਰ ਦੇ ਨਾਲ ਭੱਜ ਕੇ ਗਿਆ ਕਿ ਜਿਹੜੇ ਗੁਰੂ ਦੀਆਂ ਸਿਫਤਾਂ ਕਰਦਾ ਪੂਰਨ ਮਸੰਦ ਥੱਕਦਾ ਨਹੀਂ। ਅੱਜ ਗੁਰੂ ਆਇਆ ਤੇ ਬੜਾ ਖੁਸ਼ ਹੋਵੇਗਾ। ਪੂਰਨ ਮਸੰਦ ਨੇ ਬੂਹਾ ਖੋਲ੍ਹਿਆ। ਜਿਉਣੇ ਨੇ ਕਿਹਾ ਵੀ ਕਲਗੀਧਰ ਪਾਤਸ਼ਾਹ ਜੀ ਆਏ ਹੈ। ਤੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ 8 ਮਹੀਨਿਆਂ ਤੋਂ ਘੇਰਾ ਪਿਆ ਸੀ। ਸਾਰੇ ਜਾਣਦੇ ਸਨ। ਇਹ ਗੱਲਾਂ ਛੜੀਆਂ ਚੱਲਦੀਆਂ ਸਨ ਤੇ ਪੂਰਨ ਮਸੰਦ ਨੂੰ ਵੀ ਪਤਾ ਸੀ। ਪੂਰਨ ਮਸੰਦ ਫਿਰ ਪੁੱਛਦਾ ਹੈ, ਕਹਿੰਦਾ ਵੀ ਨਾਲ ਕੌਣ ਹੈ, ਕਿੰਨੇ ਸਿੰਘ ਹੈ ਨਾਲ। ਇਹ ਕਹਿੰਦੇ ਜਿਉਣਾ ਦੱਸ ਰਿਹਾ ਹੈ ਤੇ ਅੱਖਾਂ ਦੇ ਵਿੱਚ ਹੰਝੂ ਆ ਰਹੇ ਹੈ। ਕਹਿੰਦਾ ਨਾ ਕੋਲ ਘੋੜਾ ਹੈ, ਨਾ ਸਿੰਘ ਨੇ, ਵਸਤਰ ਵੀ ਪਾਟੇ ਹੋਏ ਨੇ, ਪੈਰਾਂ ਦੇ ਵਿੱਚ ਜੋੜਾ ਨਹੀਂ ਹੈ। ਸਤਿਗੁਰੂ ਜੀ ਦਾ ਹਾਲ ਬਿਆਨ ਕਰ ਰਿਹਾ ਹੈ ਪੂਰਨ ਮਸੰਦ ਕੋਲੇ ਜਿਉਣਾ। ਓਏ ਪੈਰੀ ਦੀਂਦਾ ਨੀ ਮਖਮਲੀ ਜੋੜਾ, ਦੀਂਦਾ ਨੀ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ ਪੈਰੀ, ਦੀਂਦਾ ਨੀ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ। ਮੇਰੀ ਦੀਂਦਾ ਨੀ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ। ਮੇਰੀ ਦੀਂਦਾ ਨੀ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ। ਦੀਂਦਾ ਨੀ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ। ਪੈਰੀ ਦੀਂਦਾ ਨੀ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ। ਪਿਆਰੇ ਜੀ ਜਾਮਾ ਲੀਰੋ ਲੀਰ ਹੋ ਗਿਆ। ਮੇਰੇ ਪਿਆਰੇ ਜਾਮਾ ਲੀਰੋ ਲੀਰ ਹੋ ਗਿਆ। ਪਿਆਰੇ ਜੀ 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 ਜਾਮਾ ਲੀਰੋ ਲੀਰ ਹੋ ਗਿਆ। ਦੀਂਦਾ ਨੀ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ। ਪੈਰੀ ਦੀਂਦਾ ਨੀ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ। ਪੈਰੀ ਦੀਂਦਾ ਨੀ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ। ਪੈਰੀ ਦੀਂਦਾ ਨੀ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ। ਕਹਿੰਦਾ ਸਤਿਗੁਰੂ ਜੀ ਆਵਾਜ਼ ਬਦਲ ਲਓ ਜੀ। ਨਾ ਪੈਰਾਂ ਦੇ ਵਿੱਚ ਜੋੜਾ ਹੈ, ਜਾਮਾ ਵੀ ਲੀਰੋ ਲੀਰ ਹੈ, ਕੋਈ ਸਿੰਘ ਨਾਲ ਨਹੀਂ। ਤੁਸੀਂ ਕਹਿੰਦੇ ਹੁੰਦੇ ਸੀ ਕਿ ਤਖਤਾਂ ਤਾਜਾਂ ਵਾਲੇ, ਪਰ ਉਹਨਾਂ ਦੇ ਕੋਲ ਇਸ ਸਮੇਂ ਕੁਝ ਨਹੀਂ ਹੈ। ਸਤਿਗੁਰਾਂ ਦਾ ਹਾਲ ਇਸ ਸਮੇਂ ਫਕੀਰਾਂ ਵਾਂਗ ਹੈ।
ਇਹ ਕਹਿਣ ਲੱਗਿਆ, ਕਹਿੰਦਾ ਤੂੰ ਇਹ ਤੇ ਨਹੀਂ ਕਹਿਤਾ ਵੀ ਪੂਰਨ ਮਸੰਦ ਘਰ ਹੈ। ਕਹਿੰਦਾ ਜੀ ਮੈਂ ਤੇ ਕਹਿਤਾ ਵੀ ਘਰ ਹੈ। ਉਹ ਕਹਿੰਦਾ ਕਮਲਿਆ ਇਹ ਨਹੀਂ ਸੀ ਕਹਿਣਾ, ਜਾਂ ਕਹਿ ਦਿੱਤਾ ਤੇ ਤੂੰ ਜਾ ਕੇ ਕਹਿ ਦੇ ਵੀ ਹੁਣ ਮੈਨੂੰ ਲੋੜ ਨਹੀਂ ਦਰਸ਼ਨ ਦੀ ਤੁਹਾਡਿਆਂ ਦੀ, ਤੇ ਮੈਂ ਆਨੰਦਪੁਰ ਸਾਹਿਬ ਆ ਕੇ ਤੁਹਾਡੇ ਦਰਸ਼ਨ ਕਰਾਂਗਾ। ਜਾ ਕੇ ਕਹਿ ਦੇ। ਜਦੋਂ ਇਹ ਬਚਨ ਸੁਣੇ ਨਾ ਤੇ ਜਿਉਣਾ ਜਿਹੜਾ ਬੜੇ ਪ੍ਰੇਮ ਦੇ ਨਾਲ ਭੱਜ ਕੇ ਪੌੜੀਆਂ ਚੜ੍ਹ ਕੇ ਗਿਆ ਸੀ ਨਾ, ਹੁਣ ਪਿੱਛੇ ਨੂੰ ਪੈਰ ਖਿਸਕਾਉਣਾ ਬੜਾ ਮੁਸ਼ਕਲ ਹੋ ਗਿਆ। ਇਹ ਤੇ ਸਮਝਿਆ ਸੀ ਵੀ ਗੁਰੂ ਆਇਆ ਤੇ ਬੜਾ ਖੁਸ਼ ਹੋਵੇਗਾ, ਪਰ ਇਹ ਤੇ ਕਹਿੰਦਾ ਵੀ ਕਹਿ ਦੇ ਜਾ ਕੇ ਵੀ ਮੈਂ ਨਹੀਂ ਮਿਲਣਾ ਹੁਣ। ਤੇ ਜਿਉਣੇ ਤੋਂ ਰਿਹਾ ਨਹੀਂ ਗਿਆ। ਕਹਿੰਦਾ ਸਰਦਾਰਾ ਓਏ ਤੂੰ ਜਿਹੜੇ ਗੁਰੂ ਦੀਆਂ ਸਿਫਤਾਂ ਕਰਦਾ ਥੱਕਦਾ ਨਹੀਂ ਸੀ, ਅੱਜ ਗੁਰੂ ਤੇਰੇ ਕੋਲ ਆਇਆ ਤੇ ਤੂੰ ਮੁੱਖ ਫੇਰ ਲਿਆ। ਉਹ ਮੈਂ ਤੇ ਤੇਰੀ ਡਿਊਟੀ ਤਾਂ ਕਰਦਾ ਸੀ, ਤੇਰੀ ਨੌਕਰੀ ਵੀ ਤੂੰ ਗੁਰੂ ਦਾ ਸਿੱਖ ਹੈ, ਨਹੀਂ ਤੇ ਮੈਂ ਕਦੋਂ ਦਾ ਸਤਿਗੁਰ ਦੇ ਚਰਨਾਂ ਵਿੱਚ ਚਲਿਆ ਜਾਣਾ ਸੀ। ਓਏ ਅੱਜ ਮੈਂ ਪਛਤਾਉਣਾ, ਮੈਂ ਬੜਾ ਖੁਸ਼ ਸੀ ਵੀ ਮੈਂ ਤੇਰੀ ਨੌਕਰੀ ਕਰਦਾ, ਅੱਜ ਪਛਤਾਉਣਾ ਵੀ ਮੈਂ ਐਵੇਂ ਤੇਰੀਆਂ ਦਰ ਤੇਰੇ ਘਰ ਰਿਹਾ। ਜਾਂ ਅੱਜ ਤੋਂ ਬਾਅਦ ਮੈਂ ਤੇਰੀ ਨੌਕਰੀ ਛੱਡੀ। ਵਾਪਸ ਮੁੜਿਆ, ਆਉਂਦਾ ਆ ਕੇ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਖਲੋ ਗਿਆ। ਮੁਖ ਚੋਂ ਕੋਈ ਵਚਨ ਨਹੀਂ ਨਿਕਲਦਾ, ਚੁੱਪ ਖਲੋਤਾ ਹੈ। ਸਤਿਗੁਰ ਜੀ ਕਹਿੰਦੇ ਜਿਉਣਿਆ ਬੋਲਣ ਦੀ ਲੋੜ ਨਹੀਂ ਹੈ, ਟਿਕੀ ਰਾਤ ਮੈਨੂੰ ਸਭ ਕੁਝ ਸੁਣ ਗਏ ਹੈ। ਤੁਹਾਡੀ ਵਾਰਤਾਲਾਪ ਮੈਨੂੰ ਸੁਣ ਗਈ ਹੈ, ਮੈਂ ਸੁਣ ਰਿਹਾ ਸੀ। ਉਹ ਪੂਰਨ ਦਾ ਤੇ ਮੈਨੂੰ ਪਤਾ ਸੀ, ਪਰ ਮੈਂ ਪੂਰਨ ਨੂੰ ਮਿਲਣ ਦੇ ਲਈ ਨਹੀਂ, ਮੈਂ ਤੈਨੂੰ ਮਿਲਣ ਦੇ ਲਈ ਉਡੀਕਦਾ ਸੀ ਨਾ। ਮੈਨੂੰ ਐਸੇ ਮੰਜੀ ਤੇ ਬੈਠ ਕੇ ਉਡੀਕਦਾ ਹੁੰਦਾ ਸੀ, ਅਰਦਾਸਾਂ ਬੇਨਤੀਆਂ ਕਰਦਾ ਸੀ ਮਨ ਦੇ ਵਿੱਚ ਕਿ ਸਤਿਗੁਰ ਜੀ ਤੁਹਾਡੇ ਦੀਦਾਰ ਕਦ ਹੋਣਗੇ। ਕਹਿੰਦੇ ਕਰ ਲੈ ਦੀਦਾਰ। ਤੇ ਕਹਿੰਦੇ ਜਿਉਣੇ ਦੀਆਂ ਭੁੱਬਾਂ ਨਿਕਲ ਗਈਆਂ। ਕਹਿੰਦਾ ਸਤਿਗੁਰੂ ਜੀ ਧੰਨ ਹੋ, ਦੁੱਖਾਂ ਦੀ ਘੜੀ ਵਿੱਚ ਵੀ ਤੁਸੀਂ ਆਪਣੇ ਪਿਆਰਿਆਂ ਦੀ ਮਨ ਦੀਆਂ ਭਾਵਨਾਵਾਂ ਪੂਰੀਆਂ ਕਰ ਰਹੇ ਹੋ। ਤੁਹਾਡੇ ਵਰਗਾ ਗੁਰੂ ਮਿਲਣਾ ਬੜਾ ਮੁਸ਼ਕਲ ਹੈ। ਆਪਣੇ ਮਨ ਦੇ ਵਿੱਚ ਪੂਰਨ ਮਸੰਦ ਨੂੰ ਤਿਰਕਾਰ ਕਹਿ ਰਿਹਾ ਹੈ, ਲਾਹਣਤਾਂ ਪਾ ਰਿਹਾ ਹੈ। ਉਹ ਕਹਿੰਦਾ ਜਿਹਨੂੰ ਗੁਰੂ ਕਹਿੰਦਾ ਸੀ, ਜਿਹਦੇ ਨਾਂ ਤੇ ਕਾਰ ਭੇਟਾਵਾਂ ਇਕੱਠੀਆਂ ਕਰਦਾ ਸੀ, ਕਹਿੰਦੇ ਮੈਨੂੰ ਤੇ ਅੱਜ ਪਤਾ ਚੱਲਿਆ ਤੂੰ ਕੇਵਲ ਭੇਖ ਦਾ ਸਿੱਖ ਸੀ, ਤੂੰ ਤੇ ਕੇਵਲ ਮਾਇਆ ਇਕੱਠੀ ਕਰਨ ਦੇ ਲਈ ਸਿੱਖ ਬਣਿਆ ਸੀ। ਤੇ ਪਿਆਰਿਓ ਸਤਿਗੁਰੂ ਜੀ ਦਾ ਪਾਵਨ ਬਚਨ ਵੀ ਹੈ ਕਿ ਵਿਪਤ ਪਰੀ ਸਭ ਹੀ ਸੰਗ ਛਾੜਤ ਕੋ ਨ ਆਵਤ ਨੇਰੇ। ਕਹਿੰਦੇ ਵਿਪਤਾਂ ਵੇਲੇ ਹਰੇਕ ਸਾਥ ਛੱਡ ਦਿੰਦਾ ਹੈ। ਇਹ ਬਚਨ ਵੀ ਸਤਿਗੁਰੂ ਜੀ ਫਿਰ ਸੱਚ ਕਰ ਰਹੇ ਸੀ ਨਾ। ਸਤਿਗੁਰੂ ਜੀ ਦੀ ਪਾਵਨ ਬਾਣੀ ਜੋ ਕਹਿੰਦੀ ਹੈ, ਓਏ ਮਨਾ ਵਿਪਤਾ ਦੇ ਵਿੱਚ ਨਾਲ ਕੋਈ ਨਹੀਂ ਖਲੋਂਦਾ। ਵਿਪਤਾ ਦੇ ਵਿੱਚ ਤੇ ਨਾ ਜਿਵੇਂ ਹਨੇਰੇ ਵਿੱਚ ਬੰਦੇ ਦਾ ਪਰਛਾਵਾਂ ਸਾਥ ਛੱਡ ਦਿੰਦਾ ਹੈ ਨਾ, ਜਿਹੜੇ ਲੋਕ ਸੁੱਖ ਵੇਲੇ ਪਰਛਾਵੇਂ ਵਾਂਗ ਮਗਰ ਚੱਲਦੇ ਆ, ਦੁੱਖ ਵੇਲੇ ਉਹ ਵੀ ਸਾਥ ਛੱਡ ਦਿੰਦੇ ਆ। ਉਹ ਬੇਲੀ ਬੇਲੀ ਹਰ ਕੋਈ ਕਹਿੰਦਾ, ਕੌਣ ਕਿਸੇ ਦਾ ਬੇਲੀ ਬੇਲੀ ਬਣਦੇ ਬਾਅਦ ਚ ਪਹਿਲਾਂ ਜੇਬ ਚ ਦੇਖਣ ਧੇਲੀ। ਤਾਂ ਹੀ ਸਤਿਗੁਰੂ ਜੀ ਨੇ ਕਿਹਾ ਦੁਨੀਆ ਦੇ ਨਾਤੇ ਰਿਸ਼ਤੇ ਸਭ ਝੂਠੇ ਨੇ, ਦੁੱਖ ਦੇ ਵੇਲੇ ਕੋਈ ਨਾਲ ਨਹੀਂ ਖਲੋਂਦਾ, ਦੁੱਖ ਦੇ ਵੇਲੇ ਸਭ ਸਾਥ ਛੱਡ ਦਿੰਦੇ ਐ। ਸੁੱਖ ਮੈਂ ਬਹੁਤ ਸੰਗੀ ਪਏ
दुख मैं संग ना कोई, दुख दे वेले कहंदे कोई नाल नहीं खलोंदा। दुख दे वेले सारे साह छड़ दिंदे है, इत्थे ते अपने साह छड़ दिंदे है जिन्हां नूं लोग अपने कहंदे है। धीआं पुत्रां नूं बड़े प्यार लाडां दे नाल पालदा है बंदा, अपनी जान वार दिंदा है, पर वड्डे हो के वो भी भुल जाते है। माँ बाप दे कीते उपकार नूं भुल जाते ने, नहीं याद रखते। माँ बाप अपनी जान वार दिंदे अपने पुत्रां दे लई। ਉਹੀ ਪੁੱਤਰ ਜਿਹੜੇ ਪੁੱਤ ਨੂੰ ਦੇਖ ਦੇਖ ਕੇ ਮਾਂ ਜਿਉਂਦੀ ਹੁੰਦੀ ਹੈ ਨਾ, ਜਿਹੜੇ ਪੁੱਤ ਨੂੰ ਲਾਡਾਂ ਚਾਵਾਂ ਦੇ ਨਾਲ ਮਾਂ ਪਾਲਦੀ ਹੈ ਨਾ, ਉਹੀ ਵੱਡਾ ਹੋ ਕੇ ਸਾਹ ਛੱਡ ਦਿੰਦਾ ਹੈ, ਉਹੀ ਨਹੀਂ ਸਿਆਣਦੇ। ਅੱਜ ਇਹ ਸਮਾਂ ਹੈ ਨਹੀਂ, ਅੱਜ ਬਿਰਧ ਆਸ਼ਰਮ ਥੋੜਾ ਬਣਨੇ ਸੀ। ਅੱਜ ਬਿਰਧ ਆਸ਼ਰਮ ਦੇ ਵਿੱਚ ਉਹ ਰਹਿ ਰਹੇ ਆ ਜਿਨ੍ਹਾਂ ਦੇ ਪੁੱਤਰ ਹਨ, ਨੌਕਰੀਆਂ ਤੇ ਲੱਗੇ ਹੈ। ਪੜ੍ਹ ਲਿਖ ਕੇ ਬੰਦਾ ਹੰਕਾਰੀ ਬਣ ਜਾਂਦਾ ਵੀ ਮੇਰੇ ਵਰਗਾ ਕੌਣ ਹੈ। ਕੀਤੇ ਮਾਂ ਬਾਪ ਦੇ ਉਪਕਾਰ ਭੁੱਲ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਜਿਹੜਾ ਮਾਂ ਬਾਪ ਦੇ ਉਪਕਾਰ ਨੂੰ ਭੁੱਲ ਜਾਂਦਾ ਉਹਦੇ ਵਰਗਾ ਦੁਸ਼ਟ ਬੰਦਾ ਦੁਨੀਆ ਤੇ ਕੋਈ ਨਹੀਂ ਹੈ। ਉਹ ਧਰਮੀ ਨਹੀਂ, ਉਹਦੇ ਵਰਗਾ ਪਾਪੀ ਬੰਦਾ ਕੋਈ ਨਹੀਂ ਹੈ। ਤੇ ਜਿਹੜਾ ਕਿਸੇ ਦੇ ਕੀਤੇ ਉਪਕਾਰ ਨੂੰ ਭੁੱਲ ਜਾਂਦਾ ਹੈ, ਸਤਿਗੁਰੂ ਜੀ ਕਹਿੰਦੇ ਨੇ ਕਿਰਤ ਘਣਾ ਦਾ ਤੇ ਨਾ ਹੀ ਮਾੜਾ ਹੈ। ਭੋਈ ਭਾਈ ਕਿਰਤ ਕਨ ਮੰਦੀ ਹੂੰ ਮੰਦੇ। ਜਿਉਣੇ ਨੇ ਸਤਿਗੁਰੂ ਜੀ ਦੇ ਚਰਨ ਗਰਮ ਪਾਣੀ ਦੇ ਨਾਲ ਸਾਫ਼ ਕੀਤੇ। ਖੂਹ ਲਾਉਣ ਦੇ ਲਈ ਘਰ ਵਿੱਚ ਟਿੰਡਾਂ ਪਈਆਂ ਸਨ, ਅੱਗ ਮਚਾਈ ਸੀ ਸਤਿਗੁਰੂ ਜੀ ਦੇ ਸੇਕਣ ਦੇ ਲਈ। ਸਤਿਗੁਰੂ ਜੀ ਕਹਿੰਦੇ ਚੰਗਾ ਭਾਈ ਜਿਉਣੇ ਅਸੀਂ ਚੱਲੇ ਐ, ਮੰਗ ਜੋ ਚਾਹੀਦਾ। ਜਿਉਣਾ ਕਹਿੰਦਾ ਸਤਿਗੁਰੂ ਜੀ ਮੈਨੂੰ ਲੋੜ ਨਹੀਂ, ਕਿਤੇ ਧਨ ਪ੍ਰਾਪਤ ਕਰਕੇ ਮੈਂ ਵੀ ਪੂਰਨ ਮਸੰਦ ਵਰਗਾ ਨਾ ਬਣ ਜਾਵਾਂ, ਲਾਲਚੀ ਨਾ ਬਣ ਜਾਵਾਂ। ਤੁਹਾਡੇ ਦਰਸ਼ਨ ਹੋ ਗਏ ਨੇ, ਤੁਹਾਡੇ ਦਰਸ਼ਨਾਂ ਤੋਂ ਵੱਧ ਕੇ ਕੋਈ ਚੀਜ਼ ਨਹੀਂ। ਮੇਰੇ ਮਨ ਦੀ ਭਾਵਨਾ ਪੂਰੀ ਹੋ ਗਈ ਹੈ। ਸਤਿਗੁਰੂ ਜੀ ਦੇਖੋ ਮੈਨੂੰ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੁੰਦੀ, ਪਰ ਅੱਜ ਮੈਂ ਪਛਤਾਉਣਾ। ਜੇ ਮੇਰਾ ਘਰ ਹੁੰਦਾ ਨਾ, ਮੇਰੀ ਕੱਖਾਂ ਦੀ ਕੁੱਲੀ ਵੀ ਹੁੰਦੀ ਤੇ ਮੈਂ ਤੁਹਾਨੂੰ ਆਪਣੇ ਘਰ ਅੱਜ ਲੈ ਕੇ ਜਾਣਾ ਸੀ। ਸਤਿਗੁਰੂ ਜੀ ਮੇਰੀ ਬੇਨਤੀ ਪ੍ਰਵਾਨ ਕਰੋ। ਟਿੰਡ ਦੇ ਵਿੱਚ ਅੱਗ ਪਾ ਕੇ ਦਿੱਤੀ। ਜਿਹੜੀ ਟਿੰਡ ਦਾ ਸਰਾਣਾ ਲਾਇਆ ਸੀ ਨਾ ਸਤਿਗੁਰੂ ਜੀ ਨੇ, ਇਹ ਜਿਉਣੇ ਨੇ ਇਹ ਟਿੰਡ ਦਿੱਤੀ ਸੀ ਵਿੱਚ ਅੱਗ ਪਾ ਕੇ। ਸਤਿਗੁਰੂ ਜੀ ਲੈ ਕੇ ਚੱਲੇ ਐ। ਚੱਲਦੇ ਹੋਇਆ ਕਿੱਥੇ ਪਹੁੰਚੇ? ਮਾਸੀਵਾੜੇ ਦੇ ਜੰਗਲ ਦੇ ਵਿੱਚ। ਮਾਸੀਵਾੜੇ ਦਾ ਘਣਾ ਜੰਗਲ, ਜਿੱਥੇ ਅੱਜ ਚਰਨ ਕਮਲ ਗੁਰਦੁਆਰਾ ਸਾਹਿਬ ਹੈ। ਇੱਥੇ ਬੜੇ ਝਾੜ ਬੂਝ ਨੇ, ਇੱਕ ਪਾਸੇ ਝਾੜ ਬੂਝ ਹੈ ਤੇ ਸਤਿਗੁਰੂ ਜੀ ਜੰਡ ਦੇ ਥੱਲੇ ਬੱਖੀ ਪਰਨੇ ਪਏ ਹੈ, ਪਾਸੇ ਪਰਨੇ। ਖੱਬਾ ਪਾਸਾ ਜ਼ਮੀਨ ਤੇ ਹੈ, ਸੱਜਾ ਉੱਪਰ ਹੈ। ਜਿਹੜੇ ਪਾਸੇ ਝਾੜ ਬੂਝ ਹੈ, ਦੂਸਰੇ ਪਾਸੇ ਸਤਿਗੁਰੂ ਜੀ ਨੇ ਮੁੱਖ ਕੀਤਾ, ਜਿਹੜੇ ਪਾਸੋਂ ਕੋਈ ਆ ਸਕਦਾ ਹੈ। ਹੱਥ ਦੇ ਵਿੱਚ ਸਤਿਗੁਰੂ ਜੀ ਨੇ ਤਲਵਾਰ ਫੜੀ ਹੈ। ਤਲਵਾਰ ਦੇ ਮੁੱਠੇ ਤੇ ਸਤਿਗੁਰੂ ਜੀ ਦਾ ਹੱਥ ਹੈ। ਸਤਿਗੁਰੂ ਜੀ ਪਏ ਨੇ ਐਦਾਂ ਬੇਫਿਕਰੇ ਹੋਏ ਪਏ ਨੇ ਜਿਵੇਂ ਕੋਈ ਆਪਣਾ ਕਰਜ਼ਾ ਲਾ ਕੇ ਨਾ ਪਿਆ ਹੋਵੇ, ਐਦਾਂ ਪਏ। ਦੇਖੋ ਪਿਆਰਿਓ, ਜੇ ਸਤਿਗੁਰੂ ਜੀ ਨੇ ਸਾਨੂੰ ਸਿਖਾਇਆ ਨਾ ਕਿ ਜੇ ਭੁੱਖ ਦੇ ਤਾਂ ਇੱਥੇ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ। ਤੇ ਅੱਜ ਵੀ ਸਤਿਗੁਰੂ ਜੀ ਉਹ ਮਾਲਕ ਦੀ ਰਜ਼ਾ ਦੇ ਵਿੱਚ ਖੁਸ਼ ਨੇ।
कोई गिला नहीं, कोई उलांभा नहीं। इत्थे ही कहते सतगुरु जी ने ख्याल पातशाही दस भी मित्र प्यारे नूं हाल मुरीदां दा कहना, ये उचारण कीता है। जो आपां पढ़दे है ना, हाल मुरीदां दा कहना मित्र प्यारे नूं, 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 हाल मुरीदां दा कहना मित्र प्यारे नूं। साडा हाल मुरीदां दा कहना मित्र प्यारे नूं, 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 हाल मुरीदां दा कहना मित्र प्यारे नूं, साडा हाल मुरीदां दा कहना मित्र प्यारे नूं। सतगुरु जी ने इत्थे शब्द उचारण किया, ख्याल पातशाही दस भी मित्र प्यारे नूं हाल मुरीदां दा कहना, तुद बिन रोग रजाइयां दा ओढ़न, नाग निवासां दे रहना। कहंदे मालका जे तेरी याद नहीं ना हिरदे दे विच, ते रजाइयां दा ओढ़न भी तुद बिन रोग रोग है एक, तुद बिन रोग रजाइयां दा ओढ़न, नाग निवासां दे रहना। कहण दा भाव कि मालका मैं इत्थे भी खुश हाँ, तेरी याद है ते मैं दुखां विच भी खुश हाँ। ते जे तेरी याद नहीं ना, ते जिहड़े रजाइयां दे विच पए ने तेरी याद दे विच नहीं जुड़े, कहंदे ਉਹ नाग निवासां दे रह रहे है, उन्हां दा रहना इदां दा है। तुद बिन रोग रजाइयां दा ओढ़न, नाग निवासां दे रहना। सूल सुराही खंजर प्याला, सूल सुराही खंजर प्याला, विंग कसाइयां दा सैना। जे कहंदे पीण दे लई प्याले भी होण, ਉਹ ਇਦਾਂ ਕਹਿੰਦੇ ਜਿਵੇਂ ਕਸਾਈਆਂ ਦਾ ਵਿੰਗ ਹੋਵੇ, ਜਿਹਦੇ ਨਾਲ ਕਸਾਈ ਬੱਕਰੇ ਨੂੰ ਕੋਂਦੇ ਹੈ ਨਾ, ਕਹਿੰਦੇ ਉਹ ਸਹਿਣ ਹੈ। ਜੇ ਤੇਰੀ ਯਾਦ ਨਹੀਂ ਹੈ, ਤੇਰੀ ਯਾਦ ਤੋਂ ਬਿਨਾਂ ਇਹ ਪਦਾਰਥਵਾਦ ਵੀ ਹੈ ਜਿਹੜਾ। ਯਾਰ ਦਾ ਸਾਨੂੰ 70 ਚੰਗਾ, यार डदा सानू 70 चंगा, पट खेड़ियां दा रहना। पट खेड़ियां दा, खेड़े कहंदे खुशी नू, खुशी दे विच रहना तेरी जात तो बिना। ये इदां है जिवें मचदी हुई भट्ठी विच रहना होवे दुखां दे विच। ते जारड़े दा ते सानू 70 भी चंगा है। धन गुरु गोबिंद सिंह साहिब जी महाराज मालक नू याद कर रहे हैं। कई तो संत महापुरुष अनुभवी इत्थे ये भी कहते हैं, कहते कलगीधर पातशाह जी कहते हैं मित्र प्यारे नू हाल मुरीदां दा कहना। किनू कह रहे ने भी जाके साडा हाल ओ मित्र नू कहो, ओ प्यारे मित्र अकाल पुरख वैगुरू नू कहो।
ਇੱਥੇ ਅਨੁਭਵੀ ਜਿਹੜੇ ਨਾਮ ਜਪਣ ਵਾਲੇ ਬੰਦਗੀ ਕਰਨ ਵਾਲੇ ਉਹ ਕਹਿੰਦੇ ਐ ਪਿੱਛੇ ਚਮਕੌਰ ਦੀ ਗੜੀ ਦੇ ਵਿੱਚ ਜਦੋਂ ਸਿੰਘ ਸ਼ਹੀਦ ਹੋ ਗਏ ਨਾ ਜਿਹੜੇ ਰਹਿੰਦੇ ਸੀ, ਤੇ ਉਹ ਸਿੰਘ ਕਹਿੰਦੇ ਸਤਿਗੁਰੂ ਜੀ ਦੇ ਕੋਲ ਆਗਿਆ ਲੈਣ ਦੇ ਲਈ ਆਏ ਹੈ ਆਤਮਾ, ਉਹਨਾਂ ਨੂੰ ਕਹਿ ਰਹੇ ਹੈ ਰਹੋ ਵਿਚਾਰ। ਇਹ ਅਨੁਭਵੀ ਗੁਰਮੁਖ ਪਿਆਰਿਆਂ ਦੀ ਗੱਲ ਹੈ। ਸਤਿਗੁਰੂ ਜੀ ਉਸ ਮਾਲਕ ਦੇ ਅੱਗੇ ਸ਼ੁਕਰਾਨਾ ਕਰ ਰਹੇ ਹੈ। ਸਾਡਾ ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ 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 ਸਾਡਾ ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ। ਸਤਿਗੁਰੂ ਜੀ ਨੇ ਇੱਥੇ ਹੀ ਇਹ ਸ਼ਬਦ ਉਚਾਰਨ ਕੀਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇੱਥੇ ਬੜੇ ਆਰਾਮ ਦੇ ਨਾਲ ਪਏ ਹੈ, ਜਿਵੇਂ ਕੋਈ ਕਾਫੀ ਸਮੇਂ ਦਾ ਜਿਹੜਾ ਕਰਜ਼ਾ ਹੋਵੇ ਨਾ ਤੇ ਉਹ ਲੱਥ ਜਾਵੇ ਕਿਸੇ ਦਾ, ਬੜੀ ਚਿੰਤਾ ਹੋਵੇ ਤੇ ਚਿੰਤਾ ਦੂਰ ਹੋ ਜਾਵੇ, ਤੇ ਜਿੱਦਾਂ ਉਹ ਪਿਆ ਹੁੰਦਾ ਨਾ ਐਦਾਂ ਪਏ ਨੇ। ਕਲਗੀਧਰ ਪਾਤਸ਼ਾਹ ਜੀ ਇੱਥੇ ਗੁਲਾਬੇ ਪੰਜਾਬੇ ਦਾ ਨਾਲ ਹੀ ਬਾਗ ਹੈ, ਖੂਹ ਹੈ ਕੋਲੇ, ਬਾਗ ਦੇ ਵਿੱਚ ਗੁਲਾਬੇ ਪੰਜਾਬੇ ਜਿਹੜਾ ਗੁਰੂ ਦੇ ਮਸੰਦ ਸਨ, ਇਹਨਾਂ ਦਾ ਨੌਕਰ ਆਇਆ, ਉਹਨੇ ਜਦੋਂ ਤੱਕਿਆ ਨਾ ਤੱਕਿਆ ਕਲਗੀਧਰ ਪਾਤਸ਼ਾਹ ਜੀ ਨੂੰ, ਤੇ ਇਹਨੇ ਸਮਝਿਆ ਤੇ ਮਨ ਵਿੱਚ ਸੋਚਿਆ ਵੀ ਕੋਈ ਰਾਹਗੀਰ ਹੋਣਾ, ਥੱਕਿਆ ਹੋਣਾ ਤੇ ਆਰਾਮ ਕਰ ਰਿਹਾ ਹੈ, ਦੇਖ ਕੇ ਮੁੜ ਗਿਆ, ਬੋਲਿਆ ਨਹੀਂ। ਉਧਰ ਲੱਭਦੇ ਹੋਏ ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਪਹੁੰਚੇ ਨੇ, ਖੂਹ ਤੇ ਪਹੁੰਚੇ, ਜਲ ਛਕ ਰਹੇ ਨੇ। ਮਨ ਦੇ ਵਿੱਚ ਸਤਿਗੁਰੂ ਜੀ ਨੂੰ ਮਿਲਣ ਦੀ ਇੱਛਾ ਹੈ, ਲੱਭ ਰਹੇ ਨੇ ਸਤਿਗੁਰੂ ਜੀ ਨੂੰ। ਸਤਿਗੁਰੂ ਜੀ ਦੇ ਅੰਗੂਠੇ ਦੇ ਵਿੱਚ ਗੁਲ ਸਤਰਾਨ ਪਾਇਆ ਸੀ। ਕਈ ਕਹਿੰਦੇ ਨੇ ਨਾ ਵੀ ਸਤਿਗੁਰ ਦੇ ਉਂਗਲ ਦੇ ਵਿੱਚ ਅੰਗੂਠੀ ਪਾਈ ਸੀ, ਉਹਦੇ ਤੇ ਨਗ ਜੜੇ ਸਨ, ਉਹ ਚਮਕ ਰਹੇ ਸਨ। ਕਈ ਇਤਿਹਾਸਕਾਰ ਕਹਿ ਦਿੰਦੇ ਨੇ ਵੀ ਸਤਿਗੁਰ ਦੇ ਕੋਲ ਜਿਹੜੀ ਕਿਰਪਾਨ ਸੀ ਉਹਦੇ ਤੇ ਹੀਰੇ ਜੜੇ ਹੋਏ ਸਨ। ਪਰ ਤਵਾਰੀਖ ਦੇ ਵਿੱਚ ਲਿਖਿਆ ਹੈ ਕਿ ਜਦੋਂ ਕੋਈ ਤੀਰ ਚਲਾਉਂਦਾ ਹੈ ਨਾ, ਤੇ ਕਾਫੀ ਤੀਰ ਚਲਾਉਂਦਾ ਹੈ, ਤੇ ਤੀਰ ਦੀ ਜਿਹੜੀ ਬੈਕ ਸਾਈਡ ਹੈ ਉਹ ਅੰਗੂਠੇ ਦੇ ਵਿੱਚ ਨਾ ਖੁੱਭੇ, ਅੰਗੂਠੇ ਨੂੰ ਕੋਈ ਨੁਕਸਾਨ ਨਾ ਪਹੁੰਚਾਵੇ, ਇਸ ਲਈ ਅੰਗੂਠੇ ਦੇ ਉੱਤੇ ਗੁਲ ਸਤਰਾਨ ਪਹਿਨ ਲੈਂਦੇ ਸਨ ਤੀਰ ਚਲਾਉਣ ਦੇ ਲਈ। ਤੇ ਸਤਿਗੁਰੂ ਜੀ ਦੇ ਅੰਗੂਠੇ ਵਿੱਚ ਗੁਲ ਸਤਰਾਨ ਪਾਇਆ ਹੋਇਆ ਸੀ, ਪਹਿਨਿਆ ਸੀ, ਜਿਹਦੇ ਤੇ ਹੀਰੇ ਦੀਆਂ ਕਣੀਆਂ ਜੜੀਆਂ ਹੋਈਆਂ ਸਨ, ਉਹ ਚਮਕ ਰਹੀਆਂ ਨੇ। ਭਾਈ ਮਾਨ ਸਿੰਘ ਨੇ ਦੇਖਿਆ ਕਿ ਕੋਈ ਚੀਜ਼ ਚਮਕ ਰਹੀ ਹੈ। ਮਨ ਵਿੱਚ ਖਿਆਲ ਆਇਆ ਵੀ ਸਤਿਗੁਰੂ ਜੀ ਹੋਣਗੇ।
ਐਨੇ ਵਿੱਚ ਗੁਲਾਬੇ ਪੰਜਾਬੇ ਦਾ ਮਸੰਦ ਵੀ ਨੌਕਰ ਵੀ ਆਇਆ। ਇਹਨੇ ਆ ਕੇ ਦੱਸਿਆ, ਕਹਿੰਦੇ ਕਿਹਨੂੰ ਲੱਭ ਰਹੇ ਹੋ? ਤੁਹਾਡੇ ਵਰਗਾ ਇੱਕ ਉਹ ਜੰਡ ਦੇ ਥੱਲੇ ਸੁੱਤਾ ਪਿਆ ਹੈ। ਜਦੋਂ ਕਿਹਾ ਨਾ ਤੁਹਾਡੇ ਵਰਗਾ, ਤੇ ਮਨ ਵਿੱਚ ਬੜੀ ਖੁਸ਼ੀ ਹੋਈ ਵੀ ਸਤਿਗੁਰੂ ਜੀ ਮਿਲ ਗਏ ਨੇ। ਆਏ ਸਤਿਗੁਰੂ ਜੀ ਦੇ ਕੋਲ, ਸਤਿਗੁਰੂ ਜੀ ਬੜੇ ਆਨੰਦ ਦੇ ਵਿੱਚ ਪਏ ਹੈ, ਜਿਵੇਂ ਕੋਈ ਦੁੱਖ ਹੀ ਨਹੀਂ ਹੁੰਦਾ। ਕਿਉਂਕਿ ਸਤਿਗੁਰੂ ਜੀ ਨੇ ਸਾਨੂੰ ਦੁੱਖਾਂ ਨੂੰ ਝੱਲਣ ਦੀ ਸਮਰੱਥਾ ਬਖਸ਼ਿਸ਼ ਕੀਤੀ ਹੈ। ਇਹ ਨਹੀਂ ਵੀ ਸਤਿਗੁਰੂ ਜੀ ਦੁੱਖ ਸਾਡੇ ਦੂਰ ਕਰ ਦੇਣਗੇ। ਕਈ ਸਮਝ ਲੈਂਦੇ ਵੀ ਚਲੋ ਗੁਰੂ ਦੇ ਚਰਨਾਂ ਵਿੱਚ ਆਵਾਂਗੇ ਜੀ, ਇਹ ਤੇ ਦੁਖੀ ਹੈ ਜੀ, ਤੇ ਇਹਨੂੰ ਫਿਰ ਗੁਰੂ ਦੇ ਚਰਨਾਂ ਵਿੱਚ ਆਉਣ ਦੀ ਕੀ ਲੋੜ ਹੈ? ਪਿਆਰਿਓ, ਇਹ ਗੁਰੂ ਤੇ ਸਮਰੱਥਾ ਮਿਲਦੀ ਹੈ ਕਿ ਮਾਤਾਵਾਂ, ਬੀਬੀਆਂ, ਭੈਣਾਂ ਭੁੱਖਣ ਭਾਣੀਆਂ ਚੱਕੀ ਪੀਸ ਰਹੀਆਂ, ਪਰ ਫਿਰ ਵੀ ਰਹਿਰਾ ਸਾਹਿਬ ਜੀ ਦਾ ਪਾਠ ਕਰਦੀਆਂ। ਤੇਰੇ ਭਾਣੇ ਅੰਦਰ ਸੁੱਖਾਂ ਆਨੰਦਾਂ ਦੇ ਨਾਲ ਦਿਨ ਬਤੀਤ ਹੋਇਆ। ਇਹ ਕਹਿਣਾ ਕੋਈ ਸੌਖਾ ਨਹੀਂ ਹੈ। ਥੋੜ੍ਹੇ ਜਿਹੇ ਦੁੱਖ ਦੇ ਵਿੱਚ ਅਸੀਂ ਤੇ ਬੜੇ ਵਿਆਕੁਲ ਹੋ ਜਾਂਦੇ ਹਾਂ, ਦੌੜਦੇ ਹਾਂ, ਲੱਭਦੇ ਹਾਂ ਵੀ ਸਾਨੂੰ ਇੱਥੋਂ ਵੀ ਸੁੱਖ ਮਿਲ ਜਾਵੇ, ਸਾਨੂੰ ਇੱਥੋਂ ਵੀ ਸੁੱਖ ਮਿਲ ਜਾਵੇ। ਪਿਆਰਿਓ, ਗੁਰੂ ਦੇ ਚਰਨਾਂ ਦੇ ਵਿੱਚ ਆਪਣੇ ਆਪ ਨੂੰ ਅਰਪਣ ਕਰ ਦਈਏ ਨਾ, ਤੇ ਕਦੇ ਮਨ ਦੁਖੀ ਨਹੀਂ ਹੋਏਗਾ। ਨਹੀਂ ਤੇ ਸਤਿਗੁਰੂ ਜੀ ਨੇ ਪਾਵਨ ਬਾਣੀ ਵਿੱਚ ਕਿਹਾ ਹੈ, ਸੁੰਦਰ ਸੇਜ ਅਨੇਕ ਸੁਖ ਰਸ ਭੋਗਨ ਪੂਰੇ, ਮਨ ਇਸੇ ਸੁਖ ਮਾਣਦਾ ਕਿਸ ਨਾਹੀਂ ਵਿਸੂਰੇ, ਸੋ ਪ੍ਰਭ ਚੇਤਨ ਆਵੇ ਵਿਸ਼ਟਾ ਕੇ ਕੀਰੇ। ਇਹ ਪੰਕਤੀ ਦੇ ਵਿੱਚ ਨਾ ਸਾਰੇ ਸੁੱਖਾਂ ਦੀ ਗੱਲ ਕੀਤੀ ਹੈ। ਮੇਰੇ ਕੋਲ ਇੰਨਾ ਸਮਾਂ ਨਹੀਂ ਹੈ, 2 ਪੌੜੀਆਂ ਨੇ। ਪਹਿਲੀ ਦੇ ਵਿੱਚ ਬੜੇ ਸੁੱਖਾਂ ਦੀ ਗੱਲ ਕੀਤੀ ਹੈ, ਪਰ ਕਹਿੰਦੇ ਜੇ ਮਾਲਕ ਯਾਦ ਨਹੀਂ ਨਾ, ਤੇ ਗੰਦਗੀ ਦੇ ਕੀੜਿਆਂ ਦੇ ਨਿਆਈ ਹੈ। ਤੇ ਦੂਸਰੀ ਪੌੜੀ ਹੈ, ਬਸਤਾਂ ਟੁੱਟੀ ਝੌਂਪੜੀ ਚੀਰ ਸਭ ਸਿੰਨਾ, ਜਾਤ ਨਾ ਪਤ ਨਾ ਆਦਰੋ ਧਿਆਨ ਪਰਮਿੰਨਾ, ਮਿੱਤਰ ਨਾ ਇਠ ਧਨ ਰੂਪਹੀਨ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਕਹਿੰਦੇ ਜਿਹਦਾ ਮਨ ਮਾਲਕ ਦੇ ਨਾਲ ਜੁੜਿਆ ਨਾ, ਉਹ ਇੰਨੇ ਦੁੱਖਾਂ ਦੇ ਵਿੱਚ ਵੀ ਕੋਲ ਕੁਝ ਨਹੀਂ ਹੈ, ਫਿਰ ਵੀ ਉਹ ਸਾਰੀ ਦੁਨੀਆ ਦਾ ਰਾਜਾ ਹੈ। ਰਾਜਾ ਉਹਦੀ ਬਰਾਬਰੀ ਨਹੀਂ ਕਰ ਸਕਦਾ। ਰਾਜੇ ਤੋਂ ਵੀ ਉੱਚਾ ਉਹਦਾ ਰੁਤਬਾ ਹੈ। ਸਤਿਗੁਰੂ ਜੀ ਨੇ ਸਾਨੂੰ ਦੁੱਖ ਝੱਲਣੇ ਸਿਖਾਇਆ ਵੀ ਕਿੱਦਾਂ ਦੁੱਖ ਝੱਲਣੇ ਹੈ। ਨਹੀਂ ਤੇ ਸਤਿਗੁਰੂ ਜੀ ਨੇ ਕਿਹਾ, ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ। ਕਹਿੰਦੇ ਮਾਲਕਾ, ਤੇਰੇ ਤੋਂ ਬਿਨਾਂ ਜੋ ਵੀ ਮੰਗਾਂਗੇ ਇੱਕ ਦਿਨ ਦੁੱਖ ਬਣਨਾ ਹੀ ਹੈ, ਦੁੱਖ ਦਾ ਕਾਰਨ ਬਣਨਾ ਹੀ ਬਣਨਾ ਹੈ। ਇਸ ਵਿਸ਼ੇ 'ਤੇ ਮੈਂ ਬਹੁਤ ਵਾਰੀ ਵਿਚਾਰ ਕੀਤੀ ਹੈ। ਜੋ ਵੀ ਮੰਗਾਂਗੇ ਉਹ ਇੱਕ ਦਿਨ ਦੁੱਖ ਦਾ ਕਾਰਨ ਬਣੇਗਾ ਹੀ ਬਣੇਗਾ। ਸਤਿਗੁਰੂ ਜੀ ਤੋਂ ਮੰਗੋ ਵੀ ਮਾਲਕਾ, ਮੈਨੂੰ ਦੁੱਖ ਝੱਲਣ ਦੀ ਸਮਰੱਥਾ ਦੇ, ਮੇਰੇ ਮਨ ਨੂੰ ਸਟਰੋਂਗ ਕਰ। ਜਿਵੇਂ ਦੁੱਧ ਹੁੰਦਾ ਨਾ, ਦੁੱਧ ਉਹ ਕਿੰਨਾ ਕੁ ਸਮਾਂ ਰਹਿ ਸਕਦਾ ਹੈ? 1 ਦਿਨ, 2 ਦਿਨ, 3 ਦਿਨ। ਜੇ ਅੱਜ ਦੇ ਸਾਧਨ ਵਰਤਾਂਗੇ ਫਿਰ ਬਹੁਤਾ ਸਮਾਂ ਰਹਿ ਸਕਦਾ। ਵੈਸੇ 1 ਅੱਧਾ ਦਿਨ ਹੀ ਰਹਿੰਦਾ ਹੈ, ਕੁਝ ਕੁ ਸਮਾਂ ਹੀ ਰਹਿੰਦਾ। ਗਰਮੀ ਵਿੱਚ ਤਾਂ 1 ਦਿਨ ਵੀ ਨਹੀਂ ਕੱਟਦਾ, ਕਿਉਂਕਿ ਦੁੱਧ ਦੇ ਵਿੱਚ ਇੰਨੀ ਸਮਰੱਥਾ ਨਹੀਂ ਹੈ। ਦੁੱਧ ਤੋਂ ਦਹੀਂ ਬਣ ਜਾਵੇ, ਉਹਦੀ ਤਾਕਤ ਵੱਧ ਜਾਂਦੀ ਹੈ। ਦਹੀਂ ਰਿੜਕ ਕੇ ਮੱਖਣੀ ਬਣਾ ਲਓ, ਘਿਓ ਬਣਾ ਲਓ, ਉਹਨੂੰ ਜਿੰਨਾ ਚਿਰ ਮਰਜ਼ੀ ਰੱਖ ਲਓ, ਅਵਸਥਾ ਬਦਲ ਗਈ। ਤੇ ਰੱਬ ਦੇ ਪਿਆਰਿਆਂ ਦੀ ਅਵਸਥਾ ਬਦਲ ਜਾਂਦੀ ਹੈ, ਸਟਰੋਂਗ ਹੋ ਜਾਂਦੇ ਹੈ, ਅੰਦਰੋਂ ਪਾਵਰਫੁੱਲ ਹੋ ਜਾਂਦੇ ਹੈ। ਫਿਰ ਥੋੜ੍ਹੇ ਦੁੱਖ ਦੇ ਵਿੱਚ ਵੀ ਉਹਨਾਂ ਨੂੰ, ਬਹੁਤਾ ਦੁੱਖ ਵੀ ਉਹਨਾਂ ਨੂੰ ਥੋੜ੍ਹਾ ਮਹਿਸੂਸ ਹੁੰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਏ ਨੇ, ਬੜੇ ਆਨੰਦ ਦੇ ਵਿੱਚ।
ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਦੇਖ ਰਹੇ ਨੇ। ਇੱਕ ਵਿਦਵਾਨ ਨੇ ਇੱਥੇ ਕੁਝ ਕੁ ਸ਼ਤਰਾਂ ਲਿਖੀਆਂ ਨੇ। ਮੈਂ ਇੱਕ ਅੱਧੀ ਸ਼ਤਰ ਸਾਂਝੀ ਆਪ ਜੀ ਦੇ ਨਾਲ ਕਰਕੇ ਆਪਾਂ ਅਗਾਂਹ ਜਾਵਾਂਗੇ। ਏ ਮਾਸੀ ਵਾੜਾ ਏ ਮਾਸੀ ਵਾੜਾ ਕੰਡਿਆਂ ਦੀ ਸੇਜ ਤੇ ਸੁਤਾ ਕੁਰਬਾਨੀ ਦਾ ਲਾੜਾ ਏ ਕੰਡਿਆਂ ਦੀ ਸੇਜ ਤੇ ਸੁਤਾ ਕੁਰਬਾਨੀ ਦਾ ਲਾੜਾ ਏ ਮਾਛੀ ਵਾੜਾ ਏ ਮਾਛੀ ਵਾੜਾ ਕੰਡਿਆਂ ਦੀ ਸੇਜ ਸੇ ਸੂਤਾ ਕੁਰਬਾਨੀਆਂ ਦਾ ਲਾੜਾ ਏ ਕੰਡਿਆਂ ਦੀ ਸੇਜ ਤੇ ਸੁਤਾ ਕੁਰਬਾਨੀਆਂ ਦਾ ਲਾੜਾ ਏ ਇਹਨੂੰ ਰੱਜ ਰੱਜ ਸੌਣ ਦਿਓ ਇਹਨੂੰ ਰੱਜ ਰੱਜ ਸੌਣ ਦਿਓ ਇਹਨੂੰ ਰੱਜ ਰੱਜ ਸੌਣ ਦਿਓ ਲੱਥ ਜਾਵੇ ਭਾਰ ਸਿਰ ਤੋਂ ਇਹਨੂੰ ਨੀਂਦਰ ਆਉਣ ਦਿਓ ਲੱਥ ਜਾਵੇ ਭਾਰ ਸਿਰ ਤੋਂ ਇਹਨੂੰ ਨੀਂਦਰ ਸੋ ਲੈਣ ਦਿਓ ਗੱਲਾਂ ਘੁੰਮੀਆਂ ਆਕਾਸ਼ਾਂ ਤੇ ਗੱਲਾਂ ਘੁੰਮੀਆਂ ਆਕਾਸ਼ਾਂ ਤੇ ਹਾਂ ਗੱਲਾਂ ਘੁੰਮੀਆਂ ਲਤਾਸ਼ਾਂ ਤੇ ਗੱਲਾਂ ਘੁੰਮੀਆਂ ਲਤਾਸ਼ਾਂ ਤੇ ਪੰਥ ਦੀਆਂ ਨੀਹਾਂ ਰੱਖੀਆਂ ਪੁੱਤਰਾਂ ਦੀਆਂ ਲਾਸ਼ਾਂ ਤੇ ਪੰਥ ਦੀਆਂ ਨੀਹਾਂ ਰੱਖੀਆਂ ਪੁੱਤਰਾਂ ਦੀਆਂ ਲਾਸ਼ਾਂ ਤੇ ਪੰਥ ਦੀਆਂ ਨੀਹਾਂ ਰੱਖੀਆਂ ਪੁੱਤਰਾਂ ਦੀਆਂ ਲਾਸ਼ਾਂ ਤੇ ਪੰਥ ਦੀਆਂ ਨੀਹਾਂ ਰੱਖੀਆਂ ਪੁੱਤਰਾਂ ਦੀਆਂ ਲਾਸ਼ਾਂ। ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਕੋਲ ਖਲੋਤੇ ਐ, ਇੱਕ ਦੂਜੇ ਨੂੰ ਇਸ਼ਾਰੇ ਕਰ ਰਹੇ ਐ ਵੀ ਸ਼ਾਂਤੀ ਰੱਖੋ। ਕਹਿੰਦੀ ਇਹ ਬੁਲਾਈਏ ਸਤਿਗੁਰ ਨੂੰ। ਦਇਆ ਸਿੰਘ ਕਹਿੰਦਾ ਨਹੀਂ, ਸਤਿਗੁਰ ਜੀ ਨੂੰ ਸੌਣ ਦਿਓ। 72 ਘੰਟੇ ਹੋ ਗਏ ਸਨ ਪਿਆਰਿਓ। 6 ਪੋਹ ਦੀ ਰਾਤ ਨੂੰ ਕਿਲਾ ਛੱਡਿਆ। 6 ਪੋਹ ਦੀ ਰਾਤ 12, 7 ਪੋਹ ਦਾ ਦਿਨ, 7 ਪੋਹ ਦੀ ਰਾਤ, 8 ਪੋਹ ਦਾ ਦਿਨ, 8 ਪੋਹ ਦੀ ਰਾਤ ਤੇ 9 ਪੋਹ ਦਾ ਸਾਰਾ ਦਿਨ ਚੱਲਦੇ ਆਏ। ਕਾਫੀ ਸਮਾਂ ਹੋ ਗਿਆ, ਇੱਕ ਅੰਨ ਦਾ ਦਾਣਾ ਮੂੰਹ ਵਿੱਚ ਨਹੀਂ ਪਾਇਆ, ਨੀਂਦਰ ਨਹੀਂ ਲਈ। ਦਇਆ ਸਿੰਘ ਇਸ਼ਾਰਿਆਂ ਨਾਲ ਕਹਿੰਦਾ ਵੀ ਭਿਆ ਹੀ ਰਹਿਣ ਦਿਓ ਸਤਿਗੁਰ ਜੀ ਨੂੰ। ਪਰ 6
ਮਾਨ ਸਿੰਘ ਤੋਂ ਨਾ ਰਿਹਾ ਨਾ ਗਿਆ। ਸਤਿਗੁਰ ਦੇ ਪੈਰਾਂ ਦੇ ਵਿੱਚੋਂ ਖੂਨ ਨਿਕਲ ਨਿਕਲ ਕੇ ਨਾ ਸਾਰੇ ਪੈਰ ਲਾਲ ਹੋਏ ਪਏ ਨੇ, ਪਜਾਮੀ ਸਾਰੀ ਭਿੱਜੀ ਪਈ ਹੈ, ਜਾਮਾ ਲੀਰੋ ਲੀਰ ਹੈ। ਤੇ ਮਾਨ ਸਿੰਘ ਬੈਠ ਗਿਆ, ਸਤਿਗੁਰੂ ਜੀ ਦੇ ਪੈਰਾਂ ਨੂੰ ਪਲੋਸਣ ਲੱਗਿਆ। ਮਨ ਦੇ ਵਿੱਚ ਆਇਆ ਵੀ ਮੈਂ ਮੁੱਠੀ ਚਾਪੀ ਕਰ ਦਿਆਂ। ਜਦੋਂ ਸਤਿਗੁਰੂ ਜੀ ਦੇ ਚਰਨਾਂ ਨੂੰ ਹੱਥ ਲਾਇਆ ਨਾ, ਤੇ ਸਤਿਗੁਰੂ ਜੀ ਨੇ ਇੱਕਦਮ ਬੜੀ ਫੁਰਤੀ ਦੇ ਨਾਲ ਉੱਠੇ, ਤਲਵਾਰ ਦੇ ਮੁੱਠੇ ਤੇ ਹੱਥ ਸੀ। ਜਦੋਂ ਦੇਖਿਆ ਆਪਣੇ ਜਾਨ ਤੋਂ ਪਿਆਰੇ ਸਿੱਖਾਂ ਨੂੰ ਸਤਿਗੁਰੂ ਜੀ ਨੇ ਘੁੱਟ ਕੇ ਆਪਣੇ ਸੀਨੇ ਦੇ ਨਾਲ ਲਾ ਲਿਆ। ਕੱਲੇ ਕੱਲੇ ਸਿੱਖ ਨੂੰ ਘੁੱਟ-ਘੁੱਟ ਸੀਨੇ ਨਾਲ ਲਾਉਂਦੇ ਨੇ। ਤਵਾਰੀਖ ਵਿੱਚ ਲਿਖਿਆ ਸਤਿਗੁਰੂ ਜੀ ਕਹਿੰਦੇ ਸਿੰਘੋ ਪਿਆਸ ਲੱਗੀ ਹੈ, ਸਿੰਘੋ ਪਿਆਸ ਲੱਗੀ ਹੈ। ਤਵਾਰੀਖ ਵਿੱਚ ਲਿਖਿਆ ਕੰਡੇ ਵੱਜ ਵੱਜ ਕੇ ਸਤਿਗੁਰੂ ਜੀ ਦੇ ਪੈਰ ਸੁੱਜ ਗਏ ਸਨ, ਤੁਰਿਆ ਨਹੀਂ ਸੀ ਜਾਂਦਾ। ਮਾਨ ਸਿੰਘ ਨੇ ਆਪਣੇ ਗਧਾੜਿਆਂ ਤੇ ਚੁੱਕਿਆ ਸਤਿਗੁਰੂ ਜੀ ਨੂੰ, ਚੁੱਕ ਕੇ ਖੂਹ ਕੋਲੇ ਲੈ ਕੇ ਗਏ, ਜਲ ਛਕਾਇਆ ਤੇ ਸਤਿਗੁਰੂ ਜੀ ਦਾ ਆਸਣ ਲਾਇਆ ਗੁਲਾਬੇ ਪੰਜਾਬੇ ਦੇ ਬਾਗ ਦੇ ਵਿੱਚ। ਇਧਰੋਂ ਨੌਕਰ ਘਰ ਗਿਆ, ਨੌਕਰ ਨੇ ਜਾ ਕੇ ਦੱਸਿਆ ਆਪਣੇ ਬਾਗ ਦੇ ਵਿੱਚ ਪਹਿਲਾਂ ਇੱਕ ਅਜਨਬੀ ਆਇਆ, ਤੁਹਾਡੇ ਵਰਗਾ ਸੀ। ਫਿਰ 3 ਹੋਰ ਆਏ ਨੇ, ਆਪਣੇ ਬਾਗ ਦੇ ਵਿੱਚ ਬੈਠੇ ਨੇ। ਗੁਲਾਬੇ ਪੰਜਾਬੇ ਦੇ ਮਨ ਵਿੱਚ ਆਇਆ ਉਸੇ ਸਮੇਂ ਕਿ ਸਤਿਗੁਰੂ ਜੀ ਹੋਵਣਗੇ। ਦੌੜੇ ਆਏ, ਘਰੋਂ ਦੁੱਧ ਗਰਮ ਕਰਕੇ ਸੁਹਾਰੇ ਪਾ ਕੇ ਲੈ ਕੇ ਆਏ, ਸਤਿਗੁਰੂ ਨੂੰ ਸਕਾਇਆ। ਦਿਨੇ ਸਤਿਗੁਰੂ ਜੀ ਸਾਰਾ ਦਿਨ ਬਾਗ ਦੇ ਵਿੱਚ ਰਹੇ, ਰਾਤ ਨੂੰ ਹੱਥ ਜੋੜੇ, ਸਤਿਗੁਰੂ ਜੀ ਸਾਡੇ ਘਰ ਚਰਨ ਪਾਓ। ਕਲੰਗੀਆਂ ਵਾਲਾ ਸਤਿਗੁਰ ਕਹਿੰਦਾ ਰਹਿਣ ਦਿਓ ਸਿੱਖੋ। ਅੱਗੇ ਹੀ ਮੈਂ ਪੂਰਨ ਮਸੰਦ ਦੇ ਘਰ ਗਿਆ ਸੀ ਤੇ ਸਿੰਘੋ ਰਹਿਣ ਦਿਓ, ਮੇਰੇ ਕਰਕੇ ਤੁਹਾਨੂੰ ਵੀ ਦੁੱਖ ਝੱਲਣੇ ਪੈਣਗੇ। ਕਹਿੰਦੇ ਨਹੀਂ ਸਤਿਗੁਰੂ ਜੀ ਚਲੋ। ਬੇਨਤੀ ਕਰਕੇ ਲੈ ਗਏ, ਚੁਬਾਰੇ ਵਿੱਚ ਆਸਣ ਲਾਇਆ ਤੇ ਬਾਅਦ ਦੇ ਵਿੱਚ ਜਦੋਂ ਗੱਲਾਂ ਸੁਣੀਆਂ ਨਾ, ਮਨ ਡੋਲ ਗਿਆ। ਹਮ ਡੋਲਤ ਬੇੜੀ ਪਾਪ ਭਰੀ ਹੈ, ਡੋਲ ਗਿਆ ਮਨ। ਉਹ ਕਹਿੰਦੇ ਕਿਤੇ ਸੱਚੀ ਪਤਾ ਚੱਲ ਗਿਆ ਤੇ ਆਪਣਾ ਤੇ ਬਾਲ-ਬਾਲ ਪੀੜ ਦੇਣਗੇ, ਕਹਾਣੀ ਪੀੜ ਦੇਣਗੇ, ਬੜੇ ਦੁੱਖ ਆਪਣੇ ਤੇ ਬੱਚੇ ਮਾਰ ਦੇਣਗੇ। ਇੱਕ ਥਾਲ ਦੇ ਵਿੱਚ ਕੋਈ ਮਿਸ਼ਟਾਨ ਪ੍ਰਸਾਦ ਪਾ ਕੇ ਲਿਆਂਦਾ ਹੈ, ਕੁਝ ਮਾਇਆ ਲਿਆਂਦੀ ਹੈ, ਸਿਰੋਂ ਪਾਉ ਲਿਆਂਦਾ, ਸਤਿਗੁਰੂ ਜੀ ਦੇ ਅੱਗੇ ਰੱਖ ਦਿੱਤਾ। ਸਤਿਗੁਰੂ ਜੀ ਕਹਿੰਦੇ ਗੁਲਾਬੇ ਪੰਜਾਬੇ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਸੀ ਵੀ ਮੈਨੂੰ ਨਾਲ ਲੈ ਕੇ ਜਾਓ, ਬਾਕੀ ਮੈਂ ਤੁਹਾਡਾ ਕਰਕੇ ਨਹੀਂ ਆਇਆ, ਤੁਹਾਨੂੰ ਕੋਈ ਦੁੱਖ ਨਹੀਂ ਪਹੁੰਚਣਾ। ਇੱਕ ਵਚਨ ਮੇਰਾ ਮੰਨੋ, ਤੁਹਾਡੇ ਨੇੜੇ ਹੀ ਮਾਤਾ ਗੁਰਦੇਈ ਹੈ, ਨਿਹਾਲੇ ਖੱਤਰੀ ਦੀ ਮਾਂ ਹੈ, ਉਹਨੂੰ ਬੁਲਾ ਕੇ ਲਿਆਓ। ਪੰਜਾਬਾ ਗਿਆ, ਜਾ ਕੇ ਬੂਹਾ ਖੜਕਾਇਆ, ਦੀਵਾ ਚੱਲ ਰਿਹਾ ਹੈ, ਚੌਕੜਾ ਮਾਰਿਆ, ਮਾਤਾ ਨੇ ਯਾਦ ਕਰ ਰਹੀ ਹੈ ਕਿ ਸਤਿਗੁਰੂ ਜੀ ਜ਼ਿੰਦਗੀ ਦੀਆਂ ਸ਼ਾਮਾਂ ਢਲ ਚੱਲੀਆਂ, ਕਦ ਨਦਨ ਮਿਹਰ ਦੀ ਪਾਵੇਂਗਾ, ਯਾਦ ਕਰ ਰਹੀ ਹੈ ਮਾਂ। 3 ਮਾਈਆਂ ਮਾਤਾਵਾਂ ਹੋਈਆਂ ਨੇ ਜਿਨ੍ਹਾਂ ਨੇ ਵਸਤਰ ਬਣਾਏ ਤੇ ਸਤਿਗੁਰੂ ਨੂੰ ਉਡੀਕਦੀਆਂ ਸਨ। ਇੱਕ ਮਾਤਾ ਭਾਗ ਭਰੀ ਸ਼੍ਰੀਨਗਰ ਦੇ ਵਿੱਚ, ਕਸ਼ਮੀਰ ਵਿੱਚ, ਇਹ ਉਡੀਕਦੀ ਹੈ। 6ਵੇਂ ਪਾਤਸ਼ਾਹ ਜੀ ਆਪ ਚੱਲ ਕੇ ਗਏ ਹੈ। ਇੱਕ ਮਾਤਾ ਮਾਈ ਥਾਨ ਗੁਰਦੁਆਰਾ ਆਗਰਾ ਸਾਹਿਬ, ਇਹ ਮਾਤਾ ਨੇ ਵਸਤਰ ਬਣਾਏ, ਇਹ ਉਡੀਕਦੀ ਹੈ
गुरु तेग बहादुर पातशाह जी गए, ये माँ ने भी अपने हथी वस्त्र तैयार किया, उड़ीक रही है, हर वेले पुछदी है अपने पुत्र नूं कि निहालिया सतगुर जी आवणगे, मेरी जिंदगी खत्म होने वाली है, किते मेरिया अखां पहले ही ना मीच जा, मैं पहले ही ना मर जावां। उड़ीकदी है, इन्ने विच बूहा खड़काया, नियाला आया तो हौलिक दे ने कहंदा तेरी माँ घरे है, किथे है तेरी माँ, उन्होंने बुला, नाले कहीं जेड़ा वस्त्र तैयार किया वो चुक लवे। सतगुर जी ने बुलाया है, निहाले ने आके अपनी माँ नूं कहा, माँ नूं लैके गए, हौली हौली माँ चबारे दियां पौड़ियां चढ़ी, सतगुर दे चरनां दे विच वस्त्र भेंट किया, चरनां दे विच नमस्कार कीते। गरीब निवाज जी मैं तुहानूं उड़ीक रही सी, हुण मैनूं कोई जाण दा फिक्र नहीं है। ते प्यारिओ तवारीख विच लिखिआ सतगुर जी दे चरनां दे विच माता ने अपने प्राण त्याग दिते। ਇਹ ਹੀ ਵਸਤਰ ਸੀ ਮਾਤਾ ਦਾ ਜਿਹੜਾ ਕਲਗੀਧਰ ਪਾਤਸ਼ਾਹ ਜੀ ਨੇ ਰੰਗਾਇਆ ਸੀ ਨੀਲੇ ਰੰਗ ਦਾ। ਸਾਡੀ ਤਵਾਰੀਖ ਅੱਜ ਸਾਂਝੀ ਪਈ ਹੈ। ਜਾ ਕੇ ਇੱਥੋਂ ਫਿਰ ਸਤਿਗੁਰੂ ਜੀ ਗਣੀ ਖਾਂ ਨਵੀ ਖਾਂ ਲੱਭ ਰਹੇ ਨੇ ਕਲਗੀਧਰ ਪਾਤਸ਼ਾਹ ਜੀ ਨੂੰ। ਉਹਨਾਂ ਨੇ ਵੀ ਗੱਲ ਸੁਣੀ ਹੈ। ਉਹ ਵੀ ਲੱਭਦੇ ਲੱਭਦੇ ਗੁਲਾਬੇ ਪੰਜਾਬੇ ਕੋਲੇ ਆਏ। ਕਹਿੰਦੇ ਗੁਲਾਬਿਆ ਪੰਜਾਬਿਆ ਕੋਈ ਸਤਿਗੁਰ ਦੀ ਸੂਹ ਮਿਲੀ ਜੇ। ਸੁਣਿਆ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਹੈ, ਸਰਸਾ ਦੇ ਕੰਢੇ ਘਮਸਾਨ ਜੰਗ ਹੋਇਆ ਹੈ, ਪੁੱਤਰ ਸ਼ਹੀਦ ਹੋ ਗਏ ਨੇ, ਉਹ ਕੋਈ ਸੂਹ ਮਿਲੀ ਹੈ ਸਤਿਗੁਰ ਦੀ। ਇਹ ਗਣੀ ਖਾਂ ਨਬੀ ਖਾਂ ਘੋੜੇ ਲੈ ਕੇ ਜਾਂਦੇ ਸਨ, ਘੋੜਿਆਂ ਦੇ ਵਪਾਰੀ ਸਨ। ਬੀਬੀ ਉਮਰੀ ਦੇ ਪੁੱਤਰ ਸਨ, ਜਿਹੜੀ ਬੀਬੀ ਉਮਰੀ ਨਿਹੰਗ ਸਿੰਘ ਕੋਟਲੇ ਖਾਂ ਵਾਲੇ ਦੀ ਭੈਣ ਸੀ। ਇਹ ਕਹਿੰਦੇ ਹੌਲੀ ਕਿਦੇ ਨੇ ਕਹਿੰਦੇ ਭਰਾਵੋ ਸਾਡੇ ਘਰ ਹੀ ਨਹੀਂ, ਬਸ ਬੋਲੋ ਨਾ, ਅਸੀਂ ਤੇ ਫਸ ਗਏ ਐ। ਇਹ ਕਹਿੰਦੇ ਫਿਰ ਸਾਡੇ ਨਾਲ ਸਤਿਗੁਰ ਜੀ ਨੂੰ ਤੋਰੋ। ਆਏ ਸਤਿਗੁਰ ਦੇ ਪਾਵਨ ਚਰਨਾਂ ਵਿੱਚ ਆਪਣੇ ਘਰ ਲੈ ਕੇ ਗਏ। ਕਹਿ ਦਿੱਤਾ ਸਤਿਗੁਰੂ ਜੀ ਸਾਡੇ ਘਰ ਰਹੋ, ਅਸੀਂ ਆਪਣੀਆਂ ਜਾਨਾਂ ਵਾਰ ਦਿਆਂਗੇ, ਤੁਹਾਡੇ ਤੱਕ ਆਂਚ ਨਹੀਂ ਆਉਣ ਦਿਆਂਗੇ। ਕਹਿੰਦੇ ਬੂਹੇ ਤੇ ਬੈਠੇ ਰਹੇ, ਅੱਜ ਵੀ ਜਾਇਓ, ਭਾਵੇਂ ਸਿੱਖ ਪੰਥ ਪੱਥਰਾਂ ਨੂੰ ਨਹੀਂ ਪੂਜਦਾ, ਕਬਰਾਂ ਨੂੰ ਨਹੀਂ ਪੂਜਦਾ, ਪਰ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਕਿ ਗਣੀ ਖਾਂ ਨਵੀ ਖਾਂ ਕਹਿੰਦੀ ਸੀ ਤੁਹਾਡੇ ਚਰਨਾਂ ਵਿੱਚ ਰਹਿਣਾ। ਅੱਜ ਵੀ ਇੱਕ ਪਾਸੇ ਗਣੀ ਖਾਂ ਦੀ, ਦੂਸਰੇ ਪਾਸੇ ਨਬੀ ਖਾਂ ਦੀ ਕਬਰ ਬਣੀ ਹੈ ਸਤਿਗੁਰੂ ਜੀ ਦੇ ਸਥਾਨ ਦੇ ਅੱਗੇ। ਤੇ ਇਥੋਂ ਹੀ ਗਣੀ ਖਾਂ ਨਬੀ ਖਾਂ ਸਤਿਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਲੈ ਕੇ ਗਏ ਸੀ। ਇਹ ਕੱਪੜਾ ਰੰਗਾਉਣ ਦੇ ਲਈ ਭੇਜਿਆ ਸੀ। ਲਲਾਰੀ ਕਹਿੰਦਾ ਜੀ ਮੱਠ ਉੱਠਿਆ ਹੀ ਨਹੀਂ। ਕਲਗੀਧਰ ਕਹਿੰਦੇ ਵੀ ਉਹਨੂੰ ਕਹਿ ਦਿਓ ਵੀ ਮੱਠ ਵਿੱਚ ਪਾ ਦੇ, ਆਪੇ ਉੱਠ ਖੜੇਗਾ। ਇੱਥੇ ਹੀ ਨੀਲੇ ਰੰਗ ਦਾ ਉਹ ਵਸਤਰ ਰੰਗਿਆ ਸੀ। ਉੱਚ ਦਾ ਪੀਰ ਬਣਾ ਕੇ ਲੈ ਕੇ ਗਏ ਸਨ। ਸਲਾਰਦੀਨ ਕਾਜੀ ਨੇ ਸਤਿਗੁਰੂ ਜੀ ਦੀ ਪਰਖ ਕੀਤੀ ਸੀ। ਕਹਿੰਦੇ ਵੀ ਜੇ ਪਰਖੋ ਜੀ, ਇਹ ਉੱਚ ਦੇ ਪੀਰ ਹੀ ਨੇ। ਤੇ ਸਲਾਰਦੀਨ ਕਾਜੀ ਜਿਹੜਾ ਸਤਿਗੁਰ ਦੇ ਦਰ ਦਾ ਮੁਰੀਦ ਸੀ, ਉਹ ਕਹਿੰਦਾ ਇਹ ਤੇ ਉੱਚ ਦੇ ਪੀਰਾਂ ਦੇ ਵੀ ਪੀਰ ਨੇ। ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਇੱਕ ਪਾਸੇ ਗਣੀ ਖਾਂ ਨਬੀ ਖਾਂ ਨੇ ਚੁੱਕਿਆ, ਦਇਆ ਸਿੰਘ ਧਰਮ ਸਿੰਘ ਨੇ ਚੁੱਕਿਆ, ਮਾਨ ਸਿੰਘ ਚੌਰ ਕਰ ਰਹੇ। ਇੱਥੋਂ ਹੀ ਸਤਿਗੁਰੂ ਜੀ ਫਿਰ ਰਾਏ ਕੱਲੇ ਕੋਲੇ ਗਏ ਨੇ, ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਸਤਿਗੁਰੂ ਜੀ ਨੂੰ ਪਤਾ ਲੱਗਣਾ, ਨੂਰੇ ਮਾਹੀ ਨੂੰ ਭੇਜਣਾ। ਤੇ ਸਤਿਗੁਰੂ ਜੀ ਦੇ ਕੋਲੋਂ ਜਦੋਂ ਰੁਖਸ਼ਤ ਹੋਣ ਲੱਗੇ ਨਾ ਗਣੀ ਖਾਂ ਨਬੀ ਖਾਂ,
ਇਹਨਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਤੁਹਾਡੇ ਬਿਨਾਂ ਨਹੀਂ ਰਹਿ ਸਕਦੇ ਅਸੀਂ, ਕਿਰਪਾ ਕਰੋ, ਮਿਹਰ ਕਰੋ, ਸਾਨੂੰ ਆਪਣੇ ਨਾਲ ਹੀ ਲੈ ਜਾਓ। ਸਤਿਗੁਰੂ ਜੀ ਕਹਿੰਦੇ ਨਹੀਂ, ਵਿਛੋੜਾ ਚੱਲਿਆ ਨਹੀਂ ਜਾਂਦਾ ਜੀ ਸਾਡੇ ਤੋਂ ਤੁਹਾਡਾ। ਤੇ ਸਤਿਗੁਰੂ ਜੀ ਨੇ ਇੱਕ ਹੁਕਮਨਾਮਾ ਲਿਖਿਆ ਜਿਹੜਾ ਅੱਜ ਵੀ ਉਸ ਸਥਾਨ ਤੇ ਪਿਆ ਹੈ, ਜਿਹੜਾ ਹੂ ਬਹੂ ਲਿਖਿਆ ਹੈ। ਸਤਿਗੁਰੂ ਜੀ ਨੇ ਹੁਕਮਨਾਮਾ ਪਾਤਸ਼ਾਹੀ 10ਵੀਂ ਇੱਕ ਓੰਕਾਰ ਸ੍ਰੀ ਸਤਿਗੁਰੂ ਜੀਓ, ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਸਰਬੱਤ ਸੰਗਤ ਉੱਪਰ ਮੇਰਾ ਹੁਕਮ ਹੈ। ਗਨੀ ਖਾਂ ਨਬੀ ਖਾਂ ਇਹ ਜੋ ਹੈਨ, ਸੋ ਮੇਰੇ ਫਰਜ਼ੰਦਾਂ ਸੇ ਬੈਜ ਹੈਨ। ਫਰਜ਼ੰਦ ਕਹਿ ਦਿੰਦੇ ਆ ਪੁੱਤਰਾਂ ਨੂੰ, ਬੈਜ ਕਹਿੰਦੇ ਉਹਨਾਂ ਤੋਂ ਵੀ ਪਿਆਰੇ ਨੇ। मेरे काम आए हैं जो सिख इनकी खिजत मत अंदर रुजू रहेंगे। सो निहाल होग उस ऊपर मेरी कृपा होग, उस ऊपर मेरा हक होग। ये मेरे हैं, ये जो हैं, जो इन्हां दी सेवा में करेगा सो मेरी सेवा करेगा। इत्थे गनी खां नबी खां जदों अपने घर आए ना, इन्हां दी जिहड़ी धी सी गनी खां नबी खां दी, वो पुछदी है पिता जी अब्बा हजूर सतगुरु जी कित्थे चले गए। इन्हां ने सारा हाल दसिया, बड़ी खुशी विच दस रहे ने, धीए कलगीधर पातशाह ने सानू हुक्मनामा दिता है, सानू अपने पुत्र बनाया है। ते कहंदे ना बड़ी खुशी दे विच झूमण लगी। पुछदी है अब्बा हजूर सतगुर दी कोई पोती है। ये कहंदे नहीं कोई पोती नहीं, उहदे लाल लाड़ी मौत दे नाल ब्याहे गए ने। ते फिर एक कहंदी है मैं पोती मैं आबदार मोती, मैं सिफती बिच परोती, मैं पोती। सतगुरु जी ने लिख के दिता सी तुसी मेरे पुत्र हो, लीक पुत्र हो, मैं तुहानू लिख के देना तुसी मेरे पुत्र हो। ते कहंदी जे तुसी कलगीधर पातशाह दे पुत्र हो ना, देखो अज तक भावें कोई पिता है, भावें कोई पुत्र है, भावें कोई सौहरा है, भावें कोई नूह है, जो भी है अमृत पान करता है कलगीधर दा पुत धी बनता है। पर कलगीधर दी एक पोती गनी खां नबी खां दी जिहड़ी पुत्री है ना, ये नहीं मैनू पता भी गनी खां दी पुत्री सी जां नबी खां दी। ये कहंदी फिर मैं जे तुसी पुत्र हो ना लिख के दिता ते मैं कलगीधर पातशाह दी पोती हाँ। सो रहो विचार, इत्थों इतिहास आपां अगां फिर साझा करांगे, क्योंकि छोटे साहिबजादियां दा इतिहास चलना है जो राय कल्ले दे नौकर नूरे माही ने सतगुरु जी नूं सुनाउणा हैगा। उधर जदों सरसा तो विछोड़ा पिया आपां साझा कीता सी भी मातावां भाई मणी सिंह दे नाल एक दो टहलना बीबो ते भूपा, ये रोपड़ दे विच उच्चा खेड़ा मुहल्ला राम सरन खत्री दा घर, इहदे घर गए ने। इधरों मातावां दे नाल माता गुजर कौर दे नाल छोटे साहिबजादे निक्कियां जिंदां जंगल दे विच दी चलदे होए थक जाते है, रुक जाते है, बैठ जाते है। माता गुजर कौर भी बुढ़ी है, वो भी बह जाती है। हौली हौली कुम्मे मासकी दे कोल गए, पुछदे है, देखो बच्चा पुछता ही हुंदा है माँ अब्बा जान किधर गए, भाई किधर गए ने। माता से पूछते हैं हमारे सिपाही किधर गए। माँ नू पुछदे है माँ साढ़े सिपाही किथे चले गए। दादी से बोले अपने सिपाही किधर गए, दरिया पे हमको छोड़ के राही किधर गए, तड़फा के हाय सूरते माही किधर गए। अब्बा
बघा के लश्करे शाही किधर गए, भाई भी हमको भूल गए शौक ए जंग में। ये गल्लां कर रहे ने। ते देखो एक कवि की कल्पना, कहते माता गुजर कौर भी हुण पुछदी है कि मालका मेरा पुत कित्थे चलिया गया है। कवि की कल्पना, कहते माँ पुछदी है उस समय का जिहड़ा दृश्य है ना, कवि ने अपनी कलम बंद किया है। सारे श्रवण करियो, कोई रसना बांझी ना रही। उस तो बाद आनंद साहब पढ़ के समाप्ति वाल जावांगे। हाँ जी। दसनी हवाए मैनू देनी सुनेहा कोई, किधर गया मेरा लालनी। देवा की जवाब मैनू पुछदे ने लाल दोवें, कड़ी मुड़ी कर दे सवाल नी। साहिबजादे पुछदे आ बार बार, माता जी पिता जी कित्थे चले गए, भाई कित्थे चले गए। तो माँ दे अंदर भी यही गल चल रही है। मैं कल भी कीता सी प्यारिओ, पुत्र माँ नूं किन्ने प्यारे हुंदे आ। बॉडी ऑफ पार्ट माँ दियां अंदरां हुंदा है पुत्त। माँ दे नालों जदों बच्चे का जन्म हुंदा है ते बख कीता जांदा है नालूआ कट के। बाडी का एक पार्ट होंदा है, आंदरां हुंदियां ने। ते माँ दे अंदर भी तड़फ है ना अपने पुੱਤ नूं मिलण दी। हुण माँ पुछ रही है भी मेरा लाल कित्थे चलिया गया है। हाँ जी। चिड़का न मार सका, चुप भी करावां ना, लारे लाके वक्त मैं गुजार दी। जिद कर देने दोवें पुछदे ने बार बार, गल कर अजीत ते जुजार दी। पुछदे ने दोवें मैनू, जिद कर देने दोवें, गल कर अजीत ते जुजार दी। मिलांगे जरूर असी, झूठी मूठी हौसला दे, गली बाती रहियां मैं टालनी। किधर गया मेरा लालनी। सरसा तो वख होके रहने उड़ीक दे के, वड्डे वीर आपे लब लैणगे। आउणगे जरूर सानू कर दे प्यार बड़ा, साडे तो बगैर किदां रहणगे। दूर दूर तक रहे पुछे मुड़ देखदे सी, तूरे आउंदे मेरे दोवें लालनी। किधर गया मेरा लालनी। थके हारे सो गए दोवें, मन विच आस लाके, कल तक सारे मिल जावांगे। आखदे सी मिलांगे
ਸਵੇਰੇ ਜਦੋਂ ਸਾਰਿਆਂ ਨੂੰ ਰੁੱਸ ਰੁੱਸ ਸਭ ਨੂੰ ਸਤਾਵਾਂਗੇ। ਆਖਦੇ ਸੀ ਮਿਲਾਂਗੇ ਸਵੇਰੇ ਜਦੋਂ ਸਾਰਿਆਂ ਨੂੰ ਰੁੱਸ ਰੁੱਸ ਸਭ ਨੂੰ ਸਤਾਵਾਂਗੇ। ਇੱਕ ਹੀ ਭਲਾ ਗੱਲ ਹੋਈ ਭੁੱਲ ਗਏ ਛੋਟਿਆਂ ਨੂੰ ਬੋਲਣਾ ਨੀ ਅਸੀਂ ਕਿਸੇ ਨਾਲ ਨੀ। ਕਿੱਧਰ ਗਿਆ ਮੇਰਾ ਲਾਲ ਨੀ। ਦੱਸ ਨੀ ਹਵਾਏ ਮੈਨੂੰ ਦੇ ਨੀ ਸੁਨੇਹਾ ਕੋਈ। ਕਿੱਧਰ ਗਿਆ ਮੇਰਾ ਲਾਲ ਨੀ। ਕਿੱਧਰ ਗਿਆ ਮੇਰਾ ਲਾਲ ਨੀ। ਛੋਟੇ ਸਾਹਿਬਜ਼ਾਦੇ ਵਾਰ-ਵਾਰ ਪੁੱਛਦੇ ਤੇ ਮਾਂ ਨੂੰ ਵੀ ਪਤਾ ਵੀ ਹੁਣ ਦੁਬਾਰਾ ਮਿਲਾਪ ਨਹੀਂ ਹੋਣਾ। ਪਰ ਮਾਤਾ ਗੁਜਰ ਕੌਰ ਜੀ ਵੀ ਕਹਿੰਦੇ ਝੂਠੀਆਂ ਤਸੱਲੀਆਂ ਦਿੰਦੀ ਹੋਈ, ਕਿਉਂਕਿ ਜਿਹੜਾ ਬੱਚਾ ਹੁੰਦਾ ਹੈ ਨਾ, ਇਹਦਾ ਹੱਠ ਮੰਨਿਆ ਹੋਇਆ ਵੀ ਜੋ ਹੱਠ ਕਰ ਲੈਂਦਾ ਹੈ। ਤੇ ਬੱਚਿਆਂ ਨੂੰ ਦਿਲਾਸੇ ਦਿੰਦੀ ਹੋਈ ਮਾਂ ਵੀ ਸਮਝਾ ਰਹੀ ਹੈ, ਦਿਲਾਸੇ ਦੇ ਰਹੀ ਹੈ ਕਿ ਕੋਈ ਨਹੀਂ, ਜੰਗ ਜਿੱਤ ਕੇ ਆਉਣਗੇ, ਆਪਾਂ ਮਿਲਾਂਗੇ। ਫਿਰ ਛੋਟੇ ਸਾਹਿਬਜ਼ਾਦੇ ਕਹਿੰਦੇ ਹੈ ਜਬ ਰਨ ਅਜੀਤ जीत कर तशरीफ लाएंगे, अब्बा के संग जिस घड़ी जुझार आएंगे। कहते करके मिन्नतें वो हमको मनाएंगे, हम नहीं मानेंगे रूठ जाएंगे जिन हार। कहते असी फिर मनांगे नहीं, रुठ जाएंगे, असी बोलना नहीं। फिर असी कहांगे भी तुसी सानू छड्ड के क्यों गए। इकरार लेंगे हमको बुलाना ना फिर कभी, जूं अकेले छोड़ कर जाना ना फिर कभी। कहते फिर इकरार लवांगे भी सानू छड्ड के ना जायो, सानू छड्ड के ना जायो। ते प्यारिओ कलगीधर नूं किन्ने प्यारे होणगे। ਜਿਹੜੀਆਂ ਲਾੜਲੀਆਂ ਫੌਜਾਂ ਕਹਿੰਦੇ ਆ ਨਾ, ਵੱਡੇ ਵੱਡੇ ਦੁਮਾਲੇ ਬੰਨੇ ਹੁੰਦੇ ਆ, ਜਦੋਂ ਗੱਤਕਾ ਖੇਡ ਰਹੇ ਨੇ, ਤਿੰਨ ਭਰਾ ਜਦੋਂ ਆਪਸ ਵਿੱਚ ਗੱਤਕਾ ਖੇਡ ਰਹੇ ਨੇ ਤੇ ਫਤਿਹ ਸਿੰਘ ਆਇਆ, ਕਹਿੰਦਾ ਮੈਨੂੰ ਵੀ ਖੜਾਓ। ਕਹਿੰਦੇ ਵੀਰਾ ਤੇਰੀ ਉਮਰ ਛੋਟੀ ਹੈ, ਤੂੰ ਨਹੀਂ ਖੇਡ ਸਕਦਾ। ਅੰਦਰ ਗਿਆ, ਕਹਿੰਦੇ ਇੱਕੋ ਦੂਜੀ ਉੱਤੇ ਦਸਤਾਰ, ਉਹ ਤੇ ਓਡੀ ਵੱਡੀ ਦਸਤਾਰ, ਬਹੁਤ ਉੱਚੀ ਦਸਤਾਰ ਬੰਨ੍ਹ ਕੇ ਆ ਗਿਆ। ਕਹਿੰਦਾ ਮੈਂ ਹੁਣ ਤੇ ਤੁਹਾਡੇ ਮੇਚਦਾ, ਹੁਣ ਤੇ ਮੈਂ ਤੁਹਾਡੇ ਜਿਹੜਾ, ਹੁਣ ਤੇ ਮੈਨੂੰ ਖੜਾ ਲਓ ਨਾਲ। ਉੱਥੋਂ ਫਿਰ ਕਲਗੀਧਰ ਪਾਤਸ਼ਾਹ ਨੇ ਕਹਿਤਾ ਸੀ ਭਾਈ ਇਹ ਮੇਰੀਆਂ ਲਾੜਲੀਆਂ ਫੌਜਾਂ ਐ, ਐਡਾ ਹੀ ਜਿਹੜੇ